ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨੁ ਘੋਰ ਅੰਧਾਰ। ਜਗ ਔਰ ਨਾ ਜਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ। ਤਿਨ ਕੇ ਦੁਖ ਕੋਟਿਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਧਤ ਤੇ ਮਤ ਚੁਕੈ ਰੇ ਮਨ, ਭੇਦ ਵਿਭੇਦ ਨਾ ਜਾਣ ਬਿਓ। ਪਰਤਛ ਹਿਰਦੈ ਗੁਰ ਅਰਜੁਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਪਰਤਛ ਹਿਰਦੈ ਗੁਰ ਅਰਜੁਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਨੇ ਗੁਰੂ ਸਵਾਰੇ ਭਾਈ ਮੁਖਤਿਆਰ ਸਿੰਘ ਜੀ ਤਿਨਾਂ ਦੇ ਸਮੂਹ ਜਥੇ ਪਾਸੋਂ ਸ਼੍ਰੀ ਹਜ਼ੂਰ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਅੱਜ ਦੇ ਇਹ ਵਿਸ਼ੇਸ਼ ਗੁਰਮਤਿ ਦੀਵਾਨ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਮਹਾਨ ਯਾਦ ਨੂੰ ਸਮਰਪਿਤ ਹਨ। ਸੋ ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸਤਿਗੁਰਾਂ ਦੇ ਉਪਦੇਸ਼ ਦਾ ਆਨੰਦ ਮਾਣਿਆ ਹੈ, ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰਦੇ ਹਾਂ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟ ਸਾਹਿਬਾਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਕਿਤ ਬਾਣੀ ਸਵਈਆਂ ਦੇ ਰੂਪ ਵਿੱਚ ਦਰਜ ਹੈ। 11 ਭੱਟ ਸਾਹਿਬਾਨਾਂ ਨੇ ਗੁਰੂ ਦੀ ਬਾਬਤ ਕੁਝ ਆਖਿਆ ਹੈ, ਔਰ ਇਹ ਉਹਨਾਂ ਦਾ ਕਥਨ, ਇਹ ਉਹਨਾਂ ਦੀ ਬਾਣੀ, ਇਹ ਉਹਨਾਂ ਦੀ ਲੇਖਣੀ ਮਹਿਜ ਸਤਹੀ ਤੌਰ 'ਤੇ, ਜਿਹਨੂੰ ਆਪਾਂ ਕਹਿੰਦੇ ਨਾ ਓਪਰੇ ਢੰਗ ਨਾਲ ਕਿਸੇ ਨੂੰ ਜਾਣ ਲੈਣਾ ਤੇ ਫਿਰ ਉਹਦੇ ਬਾਰੇ ਕੁਝ ਕਥਨ ਕਰਨਾ, ਇਹ ਕੋਈ ਸਤਹੀ ਜਾਂ ਓਪਰੇ ਤੌਰ ਦੇ ਉੱਤੇ ਗੁਰੂ ਦੇ ਨਾਲ ਜਾਣ ਪਛਾਣ ਨਹੀਂ ਹੈ। ਭੱਟ ਸਾਹਿਬਾਨਾਂ ਨੇ ਆਪਣੀ ਜਗਿਆਸਾ ਨਾਲ, ਆਪਣੇ ਅੰਦਰ ਦੀ ਭੁੱਖ ਨਾਲ, ਆਪਣੇ ਅੰਦਰ ਦੀ ਭਾਵਨਾ ਨਾਲ, ਆਪਣੇ ਅੰਤਰ-ਆਤਮੇ ਦੀ ਖੋਜ ਤੇ ਪੜਤਾਲ ਦੇ ਨਾਲ ਗੁਰੂ ਨੂੰ ਜਾਣਨ ਦਾ ਪ੍ਰਯਾਸ ਤੇ ਯਤਨ ਕੀਤਾ ਹੈ।
ਤੇ ਜਿਵੇਂ ਉਹਨਾਂ ਨੇ ਗੁਰੂ ਨੂੰ ਜਾਣਿਆ ਹੈ ਉਸੇ ਰੂਪ ਵਿੱਚ ਉਹਨਾਂ ਨੇ ਸਵਈਆਂ ਦੇ ਵਿੱਚ ਆਪਣੀ ਲਿਖਤ ਵਿੱਚ ਅੰਕਿਤ ਕੀਤਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਇਹ ਬਾਣੀ ਸੀ। ਹਾਲਾਂਕਿ ਭੱਟ ਸਾਹਿਬਾਨਾਂ ਦਾ ਜਿਸ ਵੇਲੇ ਆਪਾਂ ਜ਼ਿਕਰ ਪੜ੍ਹਦੇ ਹਾਂ ਤੇ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰ ਆਏ ਸਭ ਤੋਂ ਪਹਿਲਾਂ ਗੋਇੰਦਵਾਲ ਦੀ ਧਰਤੀ ਉੱਤੇ। ਉਹਨਾਂ ਨੇ ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚੋ ਲਾਇਓ ਇਸ ਪੰਕਤੀ ਦੇ ਵਿੱਚ ਆਪਣੀ ਖੋਜ ਢੂੰਡ ਭਾਲ ਦੀ ਨਿਸ਼ਾਨਦੇਹੀ ਸਾਨੂੰ ਕਰਵਾਈ ਹੈ। ਅਸੀਂ ਗੁਰੂ ਨੂੰ ਕਿਵੇਂ ਜਾਣਦੇ ਹਾਂ? ਸਾਡੀ ਦ੍ਰਿਸ਼ਟੀ ਵਿੱਚ, ਸਾਡੀ ਸੋਚਣੀ ਵਿੱਚ ਗੁਰੂ ਦਾ ਕੀ ਭਾਵ ਹੈ, ਇਹ ਅਸੀਂ ਸਾਰਿਆਂ ਨੇ ਆਪਣੇ ਮਨ ਨੂੰ ਪੜਤਾਲਣਾ ਹੈ, ਖੋਜਣਾ ਹੈ। ਤੇ ਭੱਟ ਸਾਹਿਬਾਨ ਦੀ ਬਾਣੀ ਦੇ ਵਿੱਚੋਂ ਵੀ ਆਪਾਂ ਸਮਝਣ ਦਾ ਯਤਨ ਕਰਨਾ ਹੈ ਕਿ ਭੱਟ ਸਾਹਿਬਾਨਾਂ ਦੀ ਦ੍ਰਿਸ਼ਟੀ ਵਿੱਚ ਗੁਰੂ ਦਾ ਕੀ ਭਾਵ ਹੈ। ਉਹ ਗੁਰੂ ਤੋਂ ਇੰਨਾ ਸਦਕੇ ਤੇ ਕੁਰਬਾਨ ਕਿਉਂ ਜਾਂਦੇ ਹਨ? ਮਸਲਨ ਮੈਂ ਸਤਿਗੁਰੂ ਦੀ ਪਾਵਨ ਬਾਣੀ ਵਿੱਚੋਂ ਜੋ ਗੁਰੂ ਅਰਜਨ ਸਾਹਿਬ ਜੀ ਦੇ ਸਿਰਲੇਖ ਹੇਠ ਉਹਨਾਂ ਦੇ ਮੁਤਲਕ ਭੱਟ ਸਾਹਿਬਾਨਾਂ ਦੇ ਸਵਈਏ ਹਨ, ਉਸ ਵਿੱਚੋਂ ਇੱਕ ਸਵਈਏ ਦਾ ਪਾਠ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਜਗ ਔਰ ਨ ਜਾਹੇ ਮਹਾ ਤਮ ਮੈਂ। ਤਮ ਹਨੇਰੇ ਨੂੰ ਕਹਿੰਦੇ ਹਨ। ਜਦੋਂ ਸ਼ਬਦ ਮਹਾ ਤਮ ਆ ਜਾਏ ਤੇ ਇਹਦਾ ਮਤਲਬ ਹੈ ਘੋਰ ਹਨੇਰਾ, ਬੜਾ ਗਾੜਾ, ਬੜਾ ਸੰਘਣਾ ਹਨੇਰਾ, ਜਿਸ ਵਿੱਚ ਕੋਈ ਸੰਭਾਵਨਾ ਹੀ ਨਹੀਂ ਕਿ ਤੁਹਾਨੂੰ ਕੋਈ ਦੂਜੀ ਚੀਜ਼ ਦਿਸ ਜਾਏ, ਕੋਈ ਰਾਹ ਖਹਿੜਾ ਲੱਭ ਜਾਏ। ਕਾਲੀ ਬੋੜੀ ਹਨੇਰੀ ਰਾਤ। ਕਹਿੰਦੇ ਐਸੇ ਘੋਰ ਅੰਧਾਰ ਵਿੱਚ ਹੋਰ ਕੋਈ ਨਹੀਂ ਸੰਸਾਰ ਅੰਦਰ, ਕੇਵਲ ਗੁਰੂ ਅਰਜਨ ਸਾਹਿਬ ਨੇ ਜਿਹੜੇ ਸਾਡਾ ਮਾਰਗ ਦਰਸ਼ਨ ਕਰ ਰਹੇ ਨੇ। ਜਗ ਔਰ ਨ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰਿਆਨ ਕੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੰਸਾਰ ਦੇ ਅੰਦਰ ਬੜੀ ਵੱਡੀ ਜ਼ਿੰਮੇਵਾਰੀ ਬਖਸ਼ੀ। ਉਹ ਜ਼ਾਹਰ ਹੋਏ ਨੇ, ਪ੍ਰਗਟ ਹੋਏ ਨੇ। ਜਦੋਂ ਅਸੀਂ ਇਤਿਹਾਸ ਦੀਆਂ ਲਿਖਤਾਂ ਨੂੰ ਪੜ੍ਹੀਏ, ਗੋਇੰਦਵਾਲ ਦੀ ਧਰਤੀ ਦੇ ਉੱਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਮੁਬਾਰਕ ਕੁੱਖ ਤੋਂ ਸਾਹਿਬਜ਼ਾਦਾ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। 19 ਵਿਸਾਖ ਸੰਮਤ 1620 ਬਿਕਰਮੀ ਨੂੰ ਮੁਤਾਬਕ 1563 ਈਸਵੀ ਬਣਦਾ ਹੈ। ਭਾਈ ਜੇਠਾ ਜੀ ਜੋ ਬਾਅਦ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿਲਾਏ, ਸਭ ਤੋਂ ਵੱਡੇ ਪੁੱਤਰ ਦਾ ਜਨਮ ਉਹਨਾਂ ਦੇ ਘਰ ਬਾਬਾ ਪ੍ਰਿਥੀ ਚੰਦ ਜੀ ਦਾ ਹੋਇਆ। ਉਸ ਤੋਂ ਛੋਟੇ ਸਨ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੀ ਔਲਾਦ ਸੀ ਉਹਨਾਂ ਦੀ ਗੁਰੂ ਅਰਜਨ ਸਾਹਿਬ ਮਹਾਰਾਜ। ਜ਼ਿੰਦਗੀ ਦੇ ਮੁੱਢਲੇ 11 ਸਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੋਇੰਦਵਾਲ ਦੀ ਧਰਤੀ ਉੱਤੇ ਬਿਤਾਏ, ਆਪਣੇ ਪ੍ਰਕਾਸ਼ ਤੋਂ, ਜਨਮ ਤੋਂ ਲੈ ਕੇ। ਇਹਨਾਂ 11 ਸਾਲਾਂ ਦੇ ਅੰਦਰ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਉਹਨਾਂ ਨੂੰ ਪ੍ਰਾਪਤ ਹੋਈ ਤੇ ਸੰਗਤ ਪ੍ਰਾਪਤ ਹੋਈ। ਜਦੋਂ ਤੁਸੀਂ ਇਤਿਹਾਸ ਦੇ ਪੰਨੇ ਪੜ੍ਹਦੇ ਹੋ ਨਾ, ਤਾਂ ਬਾਕੀ ਪਾਤਸ਼ਾਹੀਆਂ ਦੇ ਵਿੱਚੋਂ ਪਹਿਲੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਜਿਨ੍ਹਾਂ ਨੂੰ ਗੁਰੂ ਪਰਿਵਾਰ ਵਿੱਚ ਤੇ ਗੁਰਮਤਿ ਦੇ ਮਾਹੌਲ ਦੇ ਵਿੱਚ ਜਨਮ ਤੇ ਪਰਵਰਿਸ਼ ਪ੍ਰਾਪਤ ਹੋਈ। ਉਹ ਐਸੇ ਮਾਹੌਲ ਵਿੱਚ, ਹਾਂ ਤਾਂ ਗੁਰੂ ਅੰਗਦ ਸਾਹਿਬ ਦਾ ਜੀਵਨ ਪੜ੍ਹੀਏ ਤੇ ਉਹ 17 ਸਾਲ ਦੀ ਉਮਰ ਵਿੱਚ ਆਏ ਸਨ ਧੰਨ ਗੁਰੂ ਨਾਨਕ ਸਾਹਿਬ ਕੋਲ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਤਾਂ ਉਹ 62 ਸਾਲ ਦੀ ਉਮਰ ਵਿੱਚ ਆਏ ਸਨ ਗੁਰੂ ਦਰਬਾਰ ਵਿੱਚ। ਧੰਨ ਗੁਰੂ ਰਾਮਦਾਸ ਮਹਾਰਾਜ ਵੀ ਇਸੇ ਤਰ੍ਹਾਂ ਤਕਰੀਬਨ 14 ਸਾਲ ਦੀ ਉਮਰ ਤੁਸੀਂ ਅੰਦਾਜ਼ਾ ਲਾ ਲਓ। ਤੇ ਗੁਰੂ ਪਰਿਵਾਰ ਦੇ ਵਿੱਚ ਜਨਮ ਤੇ ਪਰਵਰਿਸ਼ ਪ੍ਰਾਪਤ ਹੋਈ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਇਸੇ ਲਈ ਭੱਟਾਂ ਨੇ ਕਿਹਾ ਹੈ, ਭੱਟ ਕਲਸਾਰ ਸਾਹਿਬ ਜਿਨ੍ਹਾਂ ਦੀ ਸਭ ਤੋਂ ਵਧੇਰੇ ਬਾਣੀ ਹੈ ਭੱਟਾਂ ਦੇ ਵਿੱਚੋਂ, ਉਹ ਲਿਖਦੇ ਹਨ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੋ ਜਸ ਵਖਾਣ। ਹੇ ਗੁਰੂ ਅਰਜਨ ਸਾਹਿਬ ਜੀ, ਤੁਸੀਂ ਜਨਮ ਤੋਂ ਹੀ ਗੁਰੂ ਦੀ ਮੱਤ ਰਾਹੀਂ ਜੁੜ ਕੇ ਬ੍ਰਹਮ ਨੂੰ ਪਛਾਣ ਲਿਆ। ਗੁਰੂ ਦੀ ਮੱਤ ਤੁਹਾਨੂੰ ਪ੍ਰਾਪਤ ਹੋਈ
ਤੇ ਤੁਸੀਂ ਬ੍ਰਹਮ ਦੀ ਪਛਾਣ ਗੁਰੂ ਦੀ ਮੱਤ, ਗੁਰੂ ਦੇ ਉਪਦੇਸ਼ ਰਾਹੀਂ ਕੀਤੀ। ਇਸ ਕਰਕੇ ਭੱਟ ਕਲਸਾਰ ਦੋਵੇਂ ਹੱਥ ਜੋੜ ਕੇ ਬੜੀ ਸ਼ਰਧਾ, ਬੜੀ ਭਾਵਨਾ, ਬੜੇ ਪ੍ਰੇਮ ਨਾਲ ਤੁਹਾਡਾ ਸੋਹਣਾ ਜਸ ਗਾ ਰਹੇ, ਕਿਉਂਕਿ ਤੁਸੀਂ ਬ੍ਰਹਮ ਨੂੰ ਪਛਾਣਿਆ ਹੈ। ਇਸ ਕਰਕੇ ਤੁਹਾਡੀ ਉਸਤਤੀ ਕਰ ਰਿਹਾ, ਇਸ ਕਰਕੇ ਤੁਹਾਡੀ ਸ਼ੋਭਾ ਕਰ ਰਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਤੀਸਰੇ ਪੁੱਤਰ ਨੇ ਜਨਮ ਲਿਆ ਤੇ ਉਹਦਾ ਨਾਂ ਅਰਜਨ ਰੱਖਿਆ ਗਿਆ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ 11 ਸਾਲ ਸੋਭਤ ਉਹਨਾਂ ਨੂੰ ਪ੍ਰਾਪਤ ਹੋਈ ਤੇ 7 ਸਾਲ ਗੁਰਤਾ ਗੱਦੀ ਤੇ ਜਿਸ ਵੇਲੇ ਬਿਰਾਜਮਾਨ ਹੋਏ ਗੁਰੂ ਰਾਮਦਾਸ ਮਹਾਰਾਜ, ਤੇ 7 ਸਾਲ ਉਹਨਾਂ ਦੀ ਰਹਿਨੁਮਾਈ ਦੇ ਵਿੱਚ, ਉਹਨਾਂ ਦੀ ਆਗਿਆਕਾਰਤਾ ਦੇ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਿੱਖੀ ਦੀਆਂ ਸੇਵਾਵਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕੁੱਲ ਵਕਬਾ 18 ਸਾਲ ਦਾ ਬਣਦਾ ਹੈ। ਆਪਣੇ ਜਨਮ ਤੋਂ ਲੈ ਕੇ 18 ਸਾਲ ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਨੂੰ ਮਾਣਿਆ। ਪਹਿਲਾਂ ਨਾਨਾ ਸਤਿਗੁਰੂ ਜੀ, ਫਿਰ ਪਿਤਾ ਸਤਿਗੁਰੂ ਦੀ ਹਜ਼ੂਰੀ ਨੂੰ। ਗੋਇੰਦਵਾਲ ਦੇ ਰਹਿਣ ਸਮੇਂ ਦੇ ਜੇ ਇਹਨਾਂ 11 ਸਾਲਾਂ ਦੇ ਹਾਲਾਤਾਂ ਨੂੰ ਪੜ੍ਹੀਏ ਨਾ, ਜਦੋਂ ਤੱਕ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ ਤੇ ਨਾਲ ਹੀ ਆਗਿਆ ਕੀਤੀ ਕਿ ਤੁਸੀਂ ਗੁਰੂ ਕਾ ਚੱਕ, ਜਿਹਨੂੰ ਅੱਜ ਆਪਾਂ ਅੰਮ੍ਰਿਤਸਰ ਕਹਿੰਦੇ ਆ, ਵੀ ਉੱਥੇ ਚਲੇ ਜਾਓ। ਫਿਰ ਉੱਥੇ 7 ਸਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਹਿਨੁਮਾਈ ਦੇ ਵਿੱਚ ਬਤੀਤ ਕੀਤੇ ਗੁਰੂ ਪਦਵੀ ਦੇ ਅਧੀਨ। ਤੇ ਹੁਣ ਜ਼ਰਾ ਸੋਚ ਕੇ ਵੇਖੋ, ਇਹ ਉਹੀ ਗੋਇੰਦਵਾਲ ਹੈ ਜਿੱਥੇ ਅਕਬਰ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ। ਬਾਣੀ ਵਿੱਚ ਇੱਕ ਵਾਕ ਆਉਂਦਾ, ਭੱਟਾ ਨਹੀਂ ਲਿਖਿਆ, ਉਹਨਾਂ ਨੇ ਗੋਇੰਦਵਾਲ ਸ਼ਬਦ ਨਹੀਂ ਲਿਖਿਆ, ਉਹਨਾਂ ਗੋਬਿੰਦਵਾਲ ਲਿਖਿਆ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਣਾਇਓ। ਕਹਿੰਦੇ ਨੇ ਜਿਹੜਾ ਗੋਬਿੰਦਵਾਲ ਨਗਰ ਹੈ ਉਹ ਰੱਬ ਦੀ ਨਗਰੀ ਦੇ ਸਮਾਨ, ਐਵੇਂ ਲੱਗਦਾ ਜਿਵੇਂ ਉੱਥੇ ਪਰਮੇਸ਼ਰ ਆਪ ਵਸ ਰਿਹਾ ਹੋਵੇ। ਕਿਉਂ ਭਲਾ? ਜਲਨ ਤੀਰ ਵਿਪਾਸ ਬਣਾਇਓ, ਬਿਆਸਾ ਦਰਿਆ ਦੇ ਕੰਢੇ ਦੇ ਉੱਤੇ ਸਤਿਗੁਰਾਂ ਨੇ ਇੱਕ ਨਗਰੀ ਵਸਾਈ, ਐਵੇਂ ਜਿਵੇਂ ਉੱਥੇ ਰੱਬ ਆਪ ਵਸਦਾ। ਧੰਨ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਇਹ ਦੂਜਾ ਸਿੱਖ ਨਗਰ ਸੀ ਜਿਹੜਾ ਗੁਰੂ ਸਾਹਿਬਾਂ ਨੇ ਆਪ ਵਸਾਇਆ ਸੀ। ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ, ਫਿਰ ਗੁਰੂ ਅੰਗਦ ਸਾਹਿਬ ਦੇ ਹੁਕਮ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਗੋਇੰਦਵਾਲ ਨਗਰ ਵਸਾਇਆ। ਇਹ ਦੂਜਾ ਸਿੱਖ ਨਗਰ ਸੀ। ਮੈਂ ਕਈ ਵਾਰ ਹੈਰਾਨ ਹੁੰਨਾ, ਨਵੇਂ ਨਗਰ ਵਸਾਉਣੇ ਰਾਜਿਆਂ ਮਹਾਰਾਜਿਆਂ ਦਾ, ਸਰਕਾਰਾਂ ਦਾ, ਹਕੂਮਤਾਂ ਦਾ ਕੰਮ ਹੁੰਦਾ ਹੈ, ਪਰ ਗੁਰੂ ਸਾਹਿਬਾਂ ਨੇ ਨਵੇਂ ਨਗਰ ਵਸਾਉਣ ਦੀ ਇਹ ਸਕੀਮ ਕਿਉਂ ਬਣਾਈ? ਇਹ ਜੁਗਤ ਕਿਉਂ ਰਚੀ? ਸਤਿਗੁਰੂ ਚਾਹੁੰਦੇ ਸਨ ਸਿੱਖ ਸੱਭਿਆਚਾਰ ਨੂੰ, ਗੁਰਮਤਿ ਵਿਚਾਰਧਾਰਾ ਨੂੰ ਐਸਟੈਬਲਿਸ਼ ਕਰਨਾ, ਉਹਨੂੰ ਲੋਕਾਂ ਦੇ ਜੀਵਨ ਵਿੱਚੋਂ ਤੇ ਸਮਾਜ ਵਿੱਚੋਂ ਵੇਖਣਾ। ਤੇ ਸਤਿਗੁਰੂ ਨੇ ਜਿਹੜਾ ਨਗਰ ਵਸਾਇਆ ਉੱਥੇ ਸਤਿਗੁਰੂ ਨੇ ਕਿਰਤ ਨੂੰ ਮਹੱਤਤਾ ਦਿੱਤੀ, ਜਾਤ ਪਾਤ ਭੇਦ ਭਾਵ ਦੇ ਬੰਧਨਾਂ ਨੂੰ ਸਤਿਗੁਰੂ ਨੇ ਤੋੜਿਆ। ਆਖਿਆ ਇੱਥੇ ਸਾਰੇ ਇੱਕੇ ਹੀ ਖੂਹ ਤੋਂ ਪਾਣੀ ਪੀਣਗੇ, ਇੱਥੇ ਆਪਣੀ ਮਰਜ਼ੀ ਨਾਲ ਜਾਤਾਂ ਦੇ ਆਧਾਰ ਤੇ ਮਹੱਲੇ ਨਹੀਂ ਵੰਡੇ ਜਾਣਗੇ ਤੇ ਸਾਰੇ ਬਰਾਬਰ ਰਹਿ ਸਕਣਗੇ। ਕੋਈ ਕਿਸੇ ਨਾਲ ਛੂਆ ਛਾਤ ਦਾ ਭੇਦਭਾਵ ਨਹੀਂ ਕਰੇਗਾ, ਮੀਰੀ ਗਰੀਬੀ ਦਾ ਭੇਦਭਾਵ ਨਹੀਂ ਕਰੇਗਾ, ਉੱਚੀ ਨੀਵੀਂ ਪਦਵੀ ਦਾ ਭੇਦਭਾਵ ਨਹੀਂ ਕਰੇਗਾ। ਇੱਥੇ ਧਰਮਸ਼ਾਲ ਜਿਹੜੀ ਹੈ ਉਹ ਸਭਨਾਂ ਨੂੰ ਬਰਾਬਰਤਾ ਦੇ ਹੱਕ ਦੇਵੇਗੀ, ਸਾਂਝੇ ਸੰਗਤੀ ਫੈਸਲੇ ਹੋਣਗੇ, ਕੋਈ ਸਰਕਾਰੀ ਅਦਾਲਤਾਂ ਦੇ ਵਿੱਚ ਧੱਕੇ ਨਹੀਂ ਖਾਏਗਾ, ਇਨਸਾਫ ਮਹਿੰਗਾ ਇਨਸਾਫ ਲੈਣ ਨਹੀਂ ਜਾਏਗਾ। ਇਹ ਸਾਰੀਆਂ ਚੀਜ਼ਾਂ ਗੁਰਮਤਿ ਸੱਭਿਆਚਾਰ ਨੂੰ ਗੁਰੂ ਸਾਹਿਬ ਨੇ ਪ੍ਰਫੁੱਲਤ ਕੀਤਾ। ਉਹਦੇ ਵਿੱਚ ਹੀ ਇੱਕ ਟਰਮ ਆਉਂਦੀ ਹੈ, ਜਦੋਂ ਸਤਿਗੁਰੂ ਜੀ ਆਪਣਾ ਕੁਝ ਕਾਰਜ ਕਰਦੇ ਉਹਦੇ ਵਿੱਚ ਇੱਕ ਪੜਾਅ ਆਉਂਦਾ ਹੈ ਨਵੇਂ ਨਗਰਾਂ ਦੀ ਉਸਾਰੀ ਕਰਾਉਣੀ। ਤਾਂ ਦੂਜਾ ਸਿੱਖ ਨਗਰ ਜਿਹੜਾ ਮਹਾਰਾਜ ਨੇ ਵਸਾਇਆ ਉਹ ਗੋਬਿੰਦਵਾਲ, ਸਾਰਿਆਂ ਨੂੰ ਇੱਥੇ ਲਿਆ ਕੇ ਵਸਾਇਆ। ਜਦੋਂ ਸਤਿਗੁਰੂ ਇਹ ਨਗਰ ਵਸਾ ਰਹੇ ਸਨ ਤੇ ਮਹਾਰਾਜ ਨੂੰ ਉਸ ਵੇਲੇ ਬੜੇ ਐਸੇ ਮਾਹੌਲ ਦਾ ਸਾਹਮਣਾ ਕਰਨਾ ਪਿਆ ਵੀ ਦਿਨੇ ਕੰਧਾਂ ਉਸਾਰਨੀਆਂ, ਰਾਤ ਨੂੰ ਆ ਕੇ ਅਗਲਿਆਂ ਢਾਹ ਜਾਣੀਆਂ। ਤੇ ਸਾਖੀਕਾਰਾਂ ਨੇ ਉਹਨਾਂ ਨੂੰ ਭੂਤ ਨੇ ਲਿਖਿਆ ਵੀ ਭੂਤ ਢਾਹ ਜਾਂਦੇ ਨੇ। ਹੁਣ ਜਿਹੜੇ ਲੋਕ ਸਾਰਾ ਦਿਨ ਕੀਤੀ ਹੋਈ ਮਿਹਨਤ ਨੂੰ ਰਾਤ ਨੂੰ ਇੱਟਾਂ ਸੁੱਟ ਜਾਣ, ਉਹ ਭੂਤ ਨੇ, ਨਹੀਂ ਤੇ ਹੋਰ ਕੀ ਨੇ। ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾ ਦਾ ਸਕਦਾ। ਕੋਈ ਬੰਦਾ ਬਿਨਾਂ ਵਜ੍ਹਾ ਹੀ ਦੂਸਰੇ ਨੂੰ ਪਰੇਸ਼ਾਨ ਕਰਦਾ ਰਹੇ, ਕੋਈ ਕਾਰਨ ਨਾ ਹੋਵੇ, ਕੋਈ ਮਸਲਾ ਨਾ ਹੋਵੇ ਕੋਈ, ਤਾਂ ਉਹ ਦੂਸਰੇ ਬੰਦੇ ਦੀ ਪਰੇਸ਼ਾਨੀ ਦਾ ਸਬੱਬ ਬਣੇ, ਵਾਧੂ ਬੋਲੇ, ਵਾਧੂ ਉਛਲਦਾ। ਆਪਾਂ ਨੂੰ ਕਹਿੰਦੇ ਨਾ ਭੂਤਨਾ, ਤੂੰ ਚੰਬੜਿਆ ਸਾਨੂੰ, ਭੂਤਨਾ ਬਣ ਕੇ। ਤਾਂ ਸਾਖੀਕਾਰਾਂ ਨੇ ਆਪਣੇ ਅੰਦਾਜ਼ ਵਿੱਚ ਉਹ ਗੱਲ ਲਿਖੀ।
ਰਾਤ ਨੂੰ ਕੰਧਾਂ ਢਾਹ ਜਾਣੀਆਂ, ਸਵੇਰੇ ਫਿਰ ਉਸਾਰੀ ਕਰਾਉਣੀ। ਫਿਰ ਹਾਰ ਕੇ ਪਹਿਰਾ ਲਾਇਆ ਗਿਆ ਤੇ ਫਿਰ ਕਿਤੇ ਜਾ ਕੇ ਉਹ ਕੰਧਾਂ ਉਸਰੀਆਂ ਤੇ ਛੱਤਾਂ ਪਈਆਂ। ਸਤਿਗੁਰੂ ਮਹਾਰਾਜ ਨੇ ਐਨ ਬਿਆਸ ਦਰਿਆ ਦੇ ਕੰਢੇ ਤੇ ਸ਼ਾਹੀ ਜਰਨੈਲੀ ਸੜਕ ਦੇ ਉੱਤੇ ਇਸ ਨਗਰ ਦੀ ਉਸਾਰੀ ਕਰਵਾਈ ਤੇ ਇੱਥੇ ਬੌਲੀ ਖੁਦਵਾਈ ਵੀ ਸਾਰੇ ਇੱਕੇ ਜਗ੍ਹਾ ਤੋਂ ਹੀ ਪਾਣੀ ਜਲ ਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਕਰਨਗੇ। ਇੱਥੇ ਕੋਈ ਅੱਡ ਅੱਡ ਚਬੱਚੇ ਨਹੀਂ ਸਨ ਬਣਾਏ ਗਏ ਵੀ ਉੱਚੀ ਜਾਤ ਦਾ ਨੀਵੀਂ ਜਾਤ ਦਾ, ਕੋਈ ਸਮਾਂ ਨਹੀਂ ਸੀ ਮਿਥਿਆ ਗਿਆ ਵੀ ਉੱਚੀ ਜਾਤ ਵਾਲੇ ਇੰਨੇ ਸਮੇਂ ਤੱਕ ਪਾਣੀ ਲੈਣਗੇ ਤੇ ਗਰੀਬ ਜਿਹੜੇ ਨੇ ਉਹ ਇੰਨੇ ਸਮੇਂ ਤੱਕ ਪਾਣੀ ਲੈਣ। ਕੋਈ ਭੇਦਭਾਵ ਨਹੀਂ ਸੀ। ਐਸਾ ਰੇਸਿਜ਼ਮ ਜਿਹੜਾ ਸੀ, ਜਾਤ ਪਾਤੀ, ਕਾਸਟਿਜ਼ਮ, ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਨਫ਼ਰਤ ਸੀ ਉੱਥੇ ਬਿਲਕੁਲ ਨਹੀਂ ਸੀ। ਅਕਬਰ ਜਿਸ ਵੇਲੇ ਸ਼੍ਰੀ ਹਜ਼ੂਰ ਦੇ ਦਰਬਾਰ ਵਿੱਚ ਆਉਣਾ ਲੋਚਦਾ ਤਾਂ ਸੁਭਾਵਕ ਹੈ, ਭਾਰਤ ਦੀ ਸਭ ਤੋਂ ਵੱਡੀ ਸੁਪਰੀਮ ਪਾਵਰ ਹੈ ਅਕਬਰ ਉਸ ਵੇਲੇ, ਮੁਗਲੀਆ ਸਲਤਨਤ ਦਾ ਤਖਤੋ ਤਾਜ ਦਾ ਮਾਲਕ, ਉਹਦਾ ਹੁਕਮ ਹੀ ਕਾਨੂੰਨ ਹੈ, ਉਹਦੀ ਜ਼ੁਬਾਨ ਤੋਂ ਨਿਕਲੇ ਹੋਏ ਅਲਫਾਜ਼ ਹੀ ਕਾਨੂੰਨ ਤੇ ਸੰਵਿਧਾਨ ਹਨ। ਉਹਨੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨੇ ਨੇ ਤੇ ਪਹਿਲੋਂ ਜਾਇਜ਼ਾ ਲੈਣ ਵਾਸਤੇ ਅਫਸਰਾਨ ਆਏ। ਗੁਰੂ ਘਰ ਦੇ ਮੁਖੀ ਸਿੱਖਾਂ ਨਾਲ ਉਹਨਾਂ ਨੇ ਬਹਿ ਕੇ ਮਸ਼ਵਰਾ ਕੀਤਾ ਵੀ ਬਾਦਸ਼ਾਹ ਸਲਾਮਤ ਗੁਰੂ ਅਮਰਦਾਸ ਮਹਾਰਾਜ ਦੇ ਦੀਦਾਰ ਕਰਨ ਆ ਰਹੇ ਨੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੱਸਿਆ ਗਿਆ, ਸਤਿਗੁਰੂ ਜੀ ਇਸ ਤਰ੍ਹਾਂ ਬਾਦਸ਼ਾਹ ਦੇ ਆਉਣ ਦਾ ਇਹ ਪ੍ਰੋਗਰਾਮ ਹੋ ਰਿਹਾ, ਬਣ ਰਿਹਾ ਸਮਾਂ, ਤੇ ਕੀ ਹੁਕਮ ਹੈ ਆਪ ਜੀ ਦਾ। ਸਤਿਗੁਰੂ ਨੇ ਆਖਿਆ ਜੋ ਬਾਕੀ ਸੰਗਤ ਲਈ ਹੁਕਮ ਹੈ। ਅਸੀਂ ਕੋਈ ਬੁਲਾ ਨਹੀਂ ਰਹੇ ਉਹਨਾਂ ਨੂੰ, ਜੀ ਸਦਕੇ ਕੋਈ ਵੀ ਆ ਸਕਦਾ ਹੈ ਤੇ ਉਚੇਚ ਅਸੀਂ ਕੋਈ ਨਹੀਂ ਕਰਾਂਗੇ, ਉਚੇਚ ਕੋਈ ਨਹੀਂ ਕਰਾਂਗੇ ਵੀ ਉਹਨਾਂ ਦੇ ਲਈ ਕੋਈ ਸਪੈਸ਼ਲ ਤੌਰ ਦੇ ਉੱਤੇ ਬਹਿਣ ਦਾ ਜਗ੍ਹਾ ਬਣਾਈ ਜਾਏ, ਉਹਨਾਂ ਲਈ ਕੋਈ ਵੱਖਰਾ ਖਾਣਾ ਦਾਣਾ ਜਾਂ ਪ੍ਰਬੰਧ ਬਣਾਇਆ ਜਾਏ। ਅਸੀਂ ਬਰਾਬਰਤਾ ਦਾ ਸੁਨੇਹਾ ਦੇ ਰਹੇ ਹਾਂ ਤੇ ਬਰਾਬਰਤਾ ਅੱਜ ਪਰਖੀ ਜਾਣੀ ਹੈ। ਜਦੋਂ ਵੱਡਾ ਬਾਦਸ਼ਾਹ ਆਏਗਾ ਤੇ ਦੁਨੀਆ ਵੇਖੇਗੀ, ਨਹੀਂ ਤਾਂ ਲੋਕ ਕਹਿਣਗੇ ਲਓ ਮਾੜੀ ਮੋਟੀ ਬਰਾਬਰਤਾ ਤੇ ਹਰ ਕੋਈ ਕਰ ਲੈਂਦਾ। ਆਮ ਸਮਾਜਿਕ ਲੋਕਾਂ ਨੂੰ ਤਾਂ ਬਰਾਬਰਤਾ ਦਾ ਪਾਠ ਸਿਖਾਇਆ, ਪਰ ਜਦੋਂ ਬਾਦਸ਼ਾਹ ਆਇਆ ਤੇ ਕੋਈ ਵਾਹ ਪੇਸ਼ ਨਾ ਚੱਲੀ। ਅੱਜ ਅਸੀਂ ਉਹੋ ਜਿਹੇ ਨਹੀਂ ਰਹੇ, ਖਿਮਾ ਕਰਨਾ। ਅੱਜ ਸਾਡਾ ਕੁਝ ਵੀ ਸਾਵਾਂ ਨਹੀਂ, ਮਾਫ ਕਰ ਦੇਣਾ। ਨਾ ਸਾਡੀ ਸੰਗਤ ਸਾਵੀਂ, ਨਾ ਸਾਡੀ ਪੰਗਤ ਸਾਵੀਂ, ਨਾ ਸਾਡੇ ਲੰਗਰ ਸਾਵੇਂ, ਨਾ ਸਾਡੇ ਜਿਹੜੇ ਸਨਮਾਨ ਉਹ ਸਾਵੇਂ। ਇਸ ਤਰ੍ਹਾਂ ਹੀ ਹੁੰਦਾ ਹੈ ਨਾ ਅੱਜ। ਜੇ ਨਹੀਂ ਹੁੰਦਾ ਤੁਸੀਂ ਦੱਸ ਦਿਓ। ਅੱਜ ਤੇ ਸਰੋਪੇ ਵਿਕਦੇ ਹਨ ਵੱਡੇ ਵੱਡੇ ਧਰਮ ਸਥਾਨਾਂ ਤੇ, ਪੈਸਾ ਦੇ ਦਿਓ ਸਰੋਪਾ ਲੈ ਜਾਓ, ਨਹੀਂ ਦਿੰਦੇ ਤੇ ਨਾ ਸਹੀ। ਇਸ ਤਰ੍ਹਾਂ ਹੀ ਹੁੰਦਾ। ਜੇ ਨਹੀਂ ਹੁੰਦਾ ਤੇ ਦੱਸ ਦਿਓ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਣਾਏ ਅਸੂਲ ਦੀ ਉਲੰਘਣਾ ਹੈ। ਇਹ ਗੁਰੂ ਦਰਬਾਰ ਦੀ ਬਰਾਬਰੀ ਦੇ ਸਿਧਾਂਤ ਦੀ ਅਵਗਿਆ ਹੈ। ਤੇ ਅਸੀਂ ਕਿੰਨੇ ਮਾਣ ਨਾਲ ਕਹਿੰਦੇ ਆ ਵੀ ਜਿਸ ਵੇਲੇ ਅਕਬਰ ਆਇਆ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਪਹਿਲਾਂ ਲੰਗਰ ਦੀ ਪੰਗਤ 'ਚ ਲਿਜਾਇਆ ਗਿਆ। ਪੰਗਤ ਵਿੱਚ ਉਸਨੇ ਬੈਠ ਕੇ ਪ੍ਰਸ਼ਾਦ ਛਕਿਆ। ਫਿਰ ਉਹ ਗੁਰੂ ਦਰਬਾਰ ਵਿੱਚ ਆਇਆ। ਉਸ ਦੀ ਵੀ ਦਾਦ ਦੇਣੀ ਬਣਦੀ ਹੈ ਵੀ ਉਸਨੇ ਗੁਰੂ ਦਰਬਾਰ ਦੇ ਅਸੂਲ ਨੂੰ ਜ਼ਬਰਦਸਤੀ ਭੰਗ ਕਰਨ ਦਾ ਯਤਨ ਨਹੀਂ ਕੀਤਾ। ਮੈਂ ਬਾਦਸ਼ਾਹ, ਮੈਂ ਨਹੀਂ ਮੰਨਦਾ। ਉਹ ਸਖਤੀ ਕਰ ਸਕਦਾ ਸੀ, ਪਰ ਇੱਥੇ ਉਹਦੀ ਦਾਦ ਦੇਣੀ ਬਣਦੀ ਹੈ, ਸ਼ਾਬਾਸ਼ ਦੇਣੀ ਬਣਦੀ। ਉਹਨੇ ਆਖਿਆ ਠੀਕ ਹੈ, ਮੈਂ ਆਪਣੀ ਮਰਜ਼ੀ ਨਾਲ ਗੁਰੂ ਦਰਬਾਰ 'ਚ ਆ ਰਿਹਾ, ਜੋ ਉਹਨਾਂ ਦਾ ਨਿਯਮ ਹੈ ਆਪਾਂ ਉਹਨੂੰ ਫੋਲੋ ਕਰਾਂਗੇ, ਉਹਨੂੰ ਪ੍ਰਵਾਨ ਕਰਾਂਗੇ। ਅਸੀਂ ਕੋ ਉਹਨਾਂ ਦੇ ਨਿਯਮ ਅਸੂਲ ਤੋੜਨ ਨਹੀਂ ਆਏ। ਉਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਦਾ ਹੈ। ਉਸ ਤੋਂ ਬਾਅਦ ਉਹ ਗੁਰੂ ਦਰਬਾਰ ਵਿੱਚ ਆਉਂਦਾ ਹੈ। ਸਤਿਗੁਰੂ ਦੇ ਨਾਲ ਉਹਦੇ ਕੁਝ ਵਾਰਤਾਲਾਪ ਹੁੰਦੇ ਨੇ ਤੇ ਉਹ ਇੱਛਾ ਜ਼ਾਹਰ ਕਰਦਾ ਹੈ, ਮਹਾਰਾਜ ਮੈਂ ਚਾਹੁੰਦਾ ਵੀ ਤੁਹਾਡੇ ਲੰਗਰ ਦੇ ਨਾਮ ਇੱਕ ਜਾਗੀਰ ਲਾ ਦੇ। ਜਾਗੀਰ ਦਾ ਮਤਲਬ ਹੁੰਦਾ ਕੁਝ ਇਲਾਕਾ, ਉਹਦਾ ਪਟਾ ਲਿਖ ਦੇਣਾ ਵੀ ਇੰਨਾ ਸਮਾਂ ਜਿਹੜਾ ਇਹਦਾ ਜਿਹੜਾ ਟੈਕਸ ਹੈ ਉਹ ਤੁਹਾਡੇ ਲੰਗਰ ਨੂੰ ਮਿਲੇਗਾ। ਉਹ ਫਿਰ ਸਰਕਾਰੀ ਖਜ਼ਾਨੇ 'ਚ ਹੋ ਕੇ, ਕਿਉਂਕਿ ਉਹਦਾ ਉਸ ਜਗ੍ਹਾ ਦਾ ਪਟਾ ਪਿਆ, ਬਾਦਸ਼ਾਹ ਨੇ ਸਾਈਨ ਕੀਤੇ ਹੋਏ ਨੇ, ਦਸਤਖਤ ਕੀਤੇ ਹੋਏ ਨੇ, ਉਸ ਇਲਾਕੇ ਦਾ ਜਿੰਨਾ ਟੈਕਸ ਆਉਣਾ ਉਹ ਨਾ ਗੁਰੂ ਕੇ ਲੰਗਰ ਨੂੰ ਜਾਏਗਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਨੂੰ ਆਖਿਆ, ਅਸੀਂ ਤੁਹਾਡੀ ਇਸ ਭਾਵਨਾ ਦੀ ਕਦਰ ਕਰਦੇ ਹਾਂ, ਪਰ ਅਸੀਂ ਐਸਾ ਕਰ ਨਹੀਂ ਸਕਦੇ। ਇਸ ਕਰਕੇ ਨਹੀਂ ਕਰ ਸਕਦੇ ਵੀ ਇਸ ਤਰ੍ਹਾਂ ਤਾਂ ਇਹ ਲੰਗਰ ਜਿਹੜਾ ਹੈ ਬਾਦਸ਼ਾਹਾਂ ਦੀ ਵਿਰਾਸਤ ਬਣ ਜਾਏਗਾ, ਅਮੀਰਾਂ ਦੀ ਵਿਰਾਸਤ ਬਣ ਜਾਏਗਾ। ਲੰਗਰ ਕੱਲਾ ਢਿੱਡ ਭਰਨ ਲਈ ਨਹੀਂ ਹੈ, ਇਹਦੇ ਕੁਝ ਹੋਰ ਵੀ ਸੁਨੇਹੇ ਨੇ ਜਿਹੜੇ ਅਸੀਂ ਦੇਣੇ ਆ। ਇੱਥੇ ਕੋਈ ਕੱਖ ਦੀ ਸੇਵਾ ਕਰ ਜਾਏ, ਕੋਈ ਲੱਖ ਦੀ ਸੇਵਾ ਕਰ ਜਾਏ, ਅਸੀਂ ਸਭਨਾਂ ਨੂੰ ਬਰਾਬਰ ਸਮਝਦੇ ਹਾਂ। ਇੱਥੇ ਹਰ ਇੱਕ ਦਾ ਤੇਲ ਫੁੱਲ ਪੈਂਦਾ,
ਹਰ ਕੋਈ ਆਪਣਾ ਯੋਗਦਾਨ ਪਾ ਕੇ ਫਿਰ ਹੱਥੀਂ ਸੇਵਾ ਕਰਦਾ। ਇੱਥੇ ਚੰਗੇ ਭਲੇ ਪਰਿਵਾਰਾਂ ਦੇ ਲੋਕ ਜਿਹੜੇ ਜੂਠੇ ਪੱਤਲ ਚੁੱਕਦੇ ਨੇ, ਜੂਠੇ ਬਰਤਨ ਮਾਂਜਦੇ ਨੇ, ਜੋੜੇ ਝਾੜਦੇ ਨੇ, ਤੇ ਇਸ ਸੇਵਾ ਦੇ ਵਿੱਚੋਂ ਅਸੀਂ ਲੋਕਾਂ ਨੂੰ ਇਹ ਅਭਿਆਸ ਕਰਾ ਰਹੇ ਹਾਂ ਵੀ ਆਪਣੀ ਹਉਮੈ ਤੇ ਹੰਕਾਰ ਤੋਂ ਨਿਜਾਤ ਪਾਓ। ਈਗੋ ਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਮਨੁੱਖ ਦੀ ਲਾਈਫ ਵਿੱਚ, ਜੀਵਨ ਦੇ ਵਿੱਚ। ਤੁਸੀਂ ਅਮੀਰ ਹੋ, ਇਹ ਅਮੀਰੀ ਤੁਹਾਡੀ ਹੈ, ਇਹਨੂੰ ਦੂਜਿਆਂ ਨੂੰ ਧੱਕਾ ਦੇਣ ਲਈ ਨਾ ਵਰਤੋ। ਤੁਸੀਂ ਉੱਚੀ ਪਦਵੀ ਤੇ ਬੈਠੇ ਹੋ, ਇਹ ਪਦਵੀ ਤੁਹਾਡੀ ਹੈ, ਇਸ ਪਦਵੀ ਦੇ ਕੁਝ ਫਰਜ਼ ਨੇ ਉਹ ਪੂਰੇ ਕਰੋ, ਬਜਾਏ ਦੇ ਇੱਕ ਦੂਜੇ ਤੇ ਇਸ ਪਦਵੀ ਦਾ ਰੋਹਬ ਬਣਾਓ। ਤੁਹਾਡੇ ਕੋਲ ਤਾਕਤ ਹੈ ਤੇ ਤੁਸੀਂ ਆਪਣੀ ਤਾਕਤ ਨਾਲ ਜੇ ਕਰਨਾ ਚਾਹੋ ਤੇ ਕਿਸੇ ਦਾ ਭਲਾ ਕਰੋ, ਉਸ ਤਾਕਤ ਨਾਲ ਕਿਸੇ ਮਾੜੇ ਨੂੰ ਠੁੱਡੇ ਨਾ ਮਾਰੋ। ਤੁਹਾਡੇ ਕੋਲ ਅਕਲ ਹੈ, ਵਿਦਵਤਾ ਹੈ, ਗਿਆਨ ਹੈ, ਤੇ ਜੇ ਕਰ ਸਕਦੇ ਹੋ ਤੇ ਉਹਦੇ ਨਾਲ ਕੋਈ ਪਰਉਪਕਾਰ ਕਰੋ। ਉਹਦੇ ਹੰਕਾਰ ਵਿੱਚ ਕਿਸੇ ਦੀ ਮੂਰਖਤਾਈ ਦਾ ਮਜ਼ਾਕ ਨਾ ਉਡਾਓ, ਕਿਸੇ ਦੀ ਅਨਪੜ੍ਹਤਾ ਨੂੰ ਦਰਕਨਾਰ ਨਾ ਕਰੋ। ਗੁਰੂ ਦਾ ਤੇ ਇਹ ਸੁਨੇਹਾ ਹੈ। ਇਸ ਲਈ ਸ਼੍ਰੀ ਹਜ਼ੂਰ ਨੇ ਆਖਿਆ ਵੀ ਇਹਦੇ 'ਚ ਸਾਰਿਆਂ ਦਾ, ਅਸੀਂ ਇਹਦੇ ਰਾਹੀਂ ਕੁਝ ਸਿਖਾਉਣਾ ਚਾਹੁੰਦੇ ਹਾਂ। ਕੋਈ ਭੇਦਭਾਵ ਨਹੀਂ, ਕੋਈ ਛੂਆ ਛਾਤ ਨਹੀਂ, ਕੋਈ ਹਉਮੈ ਹੰਕਾਰ ਨਹੀਂ। ਇਹ ਬਰਾਬਰਤਾ ਦਾ ਕਨਸੈਪਟ ਹੈ, ਇਹ ਸੰਕਲਪ ਹੈ। ਅਸੀਂ ਮਨੁੱਖ ਦੀ ਮਾਨਸਿਕਤਾ ਨੂੰ ਬਦਲਣ ਲਈ ਇਹ ਅਭਿਆਸ ਸ਼ੁਰੂ ਕੀਤਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਇਸ ਗੱਲ ਨਾਲ ਅਕਬਰ ਆਸ਼ਾ ਸ਼ਿਕਾਰ ਉੱਠਿਆ। ਉਹਨੇ ਕਿਹਾ ਜੀ ਜਿਵੇਂ ਤੁਹਾਡੀ ਇੱਛਾ ਹੈ, ਮੈਂ ਤਾਂ ਆਪਣੇ ਵੱਲੋਂ ਬਾਦਸ਼ਾਹ ਤੇ ਆਫਰ ਹੀ ਕਰ ਸਕਦਾ ਹੈ ਨਾ, ਪਰ ਮਹਾਰਾਜ ਨੇ ਕਿਹੜੀ ਚੀਜ਼ ਬਚਾਈ? ਉਹ ਚਾਹੁੰਦੇ ਤਾਂ ਦੌਲਤ ਨਾਲ ਹੋਰ ਵੀ ਅਮੀਰੀ ਨਾਲ ਲੰਗਰ ਚੱਲ ਸਕਦਾ, ਐਸੀ ਕੋਈ ਗੱਲ ਨਹੀਂ, ਪਰ ਸਤਿਗੁਰੂ ਨੇ ਸੋਚ ਬਚਾਈ। ਕਈ ਵਾਰ ਮਾਇਆ ਦੀ ਚੱਕਾ ਚੌਂਧ ਨਾਲੋਂ ਸੰਕਲਪ ਬਚਾਉਣੇ ਬੜੇ ਜ਼ਰੂਰੀ ਹੁੰਦੇ ਨੇ, ਜਿਹਨੂੰ ਆਪਾਂ ਕਹਿੰਦੇ ਸੋਚ, ਵਿਰਾਸਤ ਬਚਾਉਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਦੌਲਤ ਅੱਜ ਹੈ, ਕੱਲ ਨਹੀਂ ਹੋਏਗੀ, ਅੱਜ ਜ਼ਿਆਦਾ ਕੱਲ ਘਟ ਸਕਦੀ ਹੈ, ਅੱਜ ਘੱਟ ਹੈ ਕੱਲ ਵੱਧ ਸਕਦੀ ਹੈ, ਤਾਂ ਚੱਲਦਾ ਰਹਿੰਦਾ ਹੈ। ਪਰ ਜੇ ਵਿਰਾਸਤ ਗਵਾਚ ਜਾਏ ਨਾ, ਸੋਚ ਗਵਾਚ ਜਾਏ, ਜੇ ਫਿਲੋਸਫੀਕਲੀ ਲੋਕ ਆਪਣਾ ਏਜੰਡਾ ਛੱਡ ਜਾਣ, ਫਿਰ ਉਹਨਾਂ ਦੇ ਪੱਲੇ ਕੱਖ ਨਹੀਂ ਬਚਦਾ। ਕੱਲ ਨੂੰ ਜਦੋਂ ਉਹ ਅੱਜ ਇਕੱਠੀ ਕੀਤੀ ਮਾਇਆ ਜਦੋਂ ਕੱਲ ਨਾ ਰਹੀ ਤੇ ਕੱਖ ਵੀ ਨਹੀਂ ਰਹਿਣਾ, ਨਾ ਦੌਲਤ, ਨਾ ਫਿਲੋਸਫੀ, ਨਾ ਸੰਕਲਪ, ਨਾ ਥਾਟ। ਅਸੀਂ ਜਦੋਂ ਗੁਰੂ ਸਾਹਿਬਾਂ ਦੀ ਗੱਲ ਕਰਦੇ ਹਾਂ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਤੇ ਉੱਥੇ ਵੀ ਸਾਡੇ ਸਾਹਮਣੇ ਕੀ ਚੀਜ਼ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰੀਰ ਕੁਰਬਾਨ ਕਰ ਦਿੱਤਾ। ਕੋਈ ਤੇ ਹੈ ਜਿਸ ਚੀਜ਼ ਨੂੰ ਬਚਾਉਣਾ ਚਾਹੁੰਦੇ ਨੇ। ਏਡਾ ਵੱਡਾ ਰਿਸਕ ਕੋਈ ਆਪਣੀ ਜ਼ਿੰਦਗੀ ਦਾ ਲਵੇ ਤਾਂ ਕਿਸੇ ਚੀਜ਼ ਨੂੰ ਬਚਾਉਣ ਖਾਤਰ ਹੀ ਲੈ ਰਹੇ ਨੇ। ਕਿਹੜੀ ਚੀਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ? ਉਹ ਗੁਰਮਤਿ ਦੀ ਫਿਲਾਸਫੀ, ਉਪਦੇਸ਼ ਨੂੰ, ਉਹਨਾਂ ਦੀ ਸੋਚ ਹੈ, ਜਿਹੜੀ ਵਿਰਾਸਤ ਹੈ, ਉਹਨੂੰ ਪ੍ਰੋਟੈਕਟ ਕਰਨਾ ਚਾਹੁੰਦੇ। ਔਰ ਇਹ ਜਿਹੜਾ ਜੀਵਨ ਉਹਨਾਂ ਦਾ ਘੜਿਆ ਗਿਆ, ਇਹ ਗੋਇੰਦਵਾਲ ਦੀ ਧਰਤੀ ਦੇ ਉੱਤੇ, ਇਹ ਉਹ ਗੋਇੰਦਵਾਲ ਦੀ ਧਰਤੀ ਹੈ ਜਿੱਥੇ ਅਕਬਰ ਪੰਗਤ 'ਚ ਬੈਠਦਾ ਗੁਰੂ ਸਾਹਿਬ ਜੀ। ਫਿਰ ਮਹਾਰਾਜ ਉਹਨੂੰ ਕਹਿੰਦੇ ਨੇ, ਹਾਂ ਤੁਹਾਨੂੰ ਜੇ ਸੇਵਾ ਦੀ ਜ਼ਰੂਰਤ ਹੈ ਤਾਂ ਅਸੀਂ ਤੁਹਾਨੂੰ ਦੋ ਕੰਮ ਕਹਿ ਸਕਦੇ ਹਾਂ ਜਿਹੜੇ ਤੁਹਾਡੇ ਕਰਨ ਵਾਲੇ ਨੇ। ਚੇਤੇ ਰੱਖਿਓ, ਅੱਜ ਦਾ ਪੋਲੀਟੀਸ਼ੀਅਨ ਜਿਹੜਾ ਹੈ ਉਹ ਕੀ ਕਰਦਾ ਵੀ ਦੋ ਚੱਪਲਾਂ ਝਾੜ ਕੇ ਨਾ ਗੁਰਦੁਆਰੇ ਤੇ ਅਖਬਾਰਾਂ 'ਚ ਫੋਟੋ ਲਵਾ ਲੈਂਦਾ, ਮੈਂ ਗੁਰੂ ਘਰ ਦਾ ਨਿਮਾਣਾ ਸੇਵਕ ਹਾਂ, ਤੇ ਜਿੱਥੇ ਉਹਦੇ ਸਾਈਨ ਚੱਲਣੇ ਨਾ ਉੱਥੇ ਲੋਕਾਂ ਦਾ ਖੂਨ ਵੀਟ ਦਿੰਦਾ, ਖੂਨ ਡੋਲ ਦਿੰਦਾ ਆਪਣੇ ਸਾਈਨਾਂ ਦੇ ਨਾਲ। ਜਿੱਥੇ ਜਿਹੜੀ ਉਹਦੀ ਪਾਵਰ ਹੈ, ਉਹਦੀ ਪਾਵਰ ਦੀ ਦੁਰਵਰਤੋਂ ਕਰਦਾ ਤੇ ਵਿਖਾਵੇ ਲਈ ਚੱਪਲਾਂ ਝਾੜਦਾ। ਮੇਰੇ ਸਤਿਗੁਰੂ ਨੇ ਆਖਿਆ ਵੀ ਜਿਹੜਾ ਤੇਰਾ ਕੰਮ ਹੈ ਨਾ, ਜਿਹੜੀ ਤੇਰੀ ਜੌਬ ਹੈ, ਜਿੱਥੇ ਬਹਿ ਕੇ ਤੂੰ ਲੋਕਾਂ ਦੇ ਫੈਸਲੇ ਕਰਦੇ ਨੇ, ਉੱਥੇ ਗਰੀਬਾਂ ਦਾ ਖਿਆਲ ਰੱਖ। ਰੱਬ ਖਲਕਤ 'ਚ ਵੀ ਵਸਦਾ ਹੈ, ਰੱਬ ਖਲਕਤ ਵਿੱਚ ਵਸਦਾ। ਉੱਥੇ ਕਰਨ ਲੱਗਿਆ ਤੁਸੀਂ ਆਪਣੀ ਮਰਜ਼ੀ, ਆਪਣੇ ਸਵਾਰਥ ਨੂੰ ਮੁੱਖ ਰੱਖਦੇ ਹੋ। ਹੁਣ ਦੋ ਕੰਮ ਕਿਹੜੇ ਕਹੇ ਮਹਾਰਾਜ ਨੇ? ਆਖਿਆ ਇੱਕ, ਉਹਨਾਂ ਸਮਿਆਂ 'ਚ ਮੀਂਹ ਨਹੀਂ ਸੀ ਪਿਆ। ਪੁਰਾਣੇ ਸਮਿਆਂ ਵਿੱਚ ਜਿਹੜੀਆਂ ਫਸਲਾਂ ਹੁੰਦੀਆਂ ਸਨ ਉਹ ਮੀਂਹ ਤੇ ਡਿਪੈਂਡ ਹੁੰਦੀਆਂ ਸਨ, ਨਿਰਭਰ ਹੁੰਦੀਆਂ ਸਨ। ਮੀਂਹ ਪੈ ਜਾਣਾ, ਫਸਲ ਹੋ ਜਾਣੀ। ਹੁਣ ਜਿਹੜੇ ਕਿਸਾਨ ਤਬਕਾ ਹੈ, ਜਿਹੜਾ ਖੇਤੀ ਕਰਨ ਵਾਲਾ ਤਬਕਾ ਹੈ, ਉਹਨੇ ਤਾਂ ਮਹਿਸੂਲ ਉਹਨੂੰ ਕਹਿੰਦੇ ਸਨ, ਚੁੰਗੀ ਕਹਿੰਦੇ ਸਨ, ਆਪਾਂ ਟੈਕਸ ਕਹਿੰਦੇ। ਉਹਨੇ ਜਿਹੜਾ ਟੈਕਸ ਹੈ ਉਹ ਤਾਂ ਪੈਦਾਵਾਰ ਦੇ ਹਿਸਾਬ ਨਾਲ ਦੇਣਾ ਹੈ ਨਾ। ਜੇ ਪੈਦਾਵਾਰ ਨਹੀਂ ਹੋਈ ਤੇ ਟੈਕਸ ਉਹਨੂੰ ਪੈ ਜਾਣਾ। ਤੇ ਸਤਿਗੁਰੂ ਜਾਣਦੇ ਸਨ ਵੀ ਜਦੋਂ ਫਸਲ ਨਹੀਂ ਹੋਈ, ਹਾਲਾਤ ਮਾੜੇ ਨੇ, ਇਹ ਵਿਚਾਰੇ ਲੋਕ ਗਰੀਬ ਨਿਮਾਣੇ ਟੈਕਸ ਕਿੱਥੋਂ ਦੇਣਗੇ? ਆਖਿਆ ਜੀ ਇੱਕ ਤਾਂ ਇਹਨਾਂ ਦਾ ਟੈਕਸ ਮੁਆਫ ਕਰੋ, ਇਹ ਤੁਸੀਂ ਕਰ ਸਕਦੇ ਹੋ। ਦੂਜਾ ਕੰਮ ਇਹ ਕਰੋ, ਨਾ ਸਮੇਂ 'ਚ ਸਤੀ ਪ੍ਰਥਾ ਚੱਲਦੀ ਸੀ। ਪਤੀ ਮਰ ਜਾਏ
ਤੇ ਇੱਕ ਰਸਮ ਚੱਲਦੀ ਸੀ, ਅੱਜ ਵੀ ਕਿਤੇ ਕਿਤੇ ਐਸਾ ਸੁਣਨ ਨੂੰ ਮਿਲ ਜਾਂਦਾ ਹੈ। ਸਤੀਆਂ ਦੇ ਮੰਦਰ ਤੇ ਆਮ ਨੇ, ਪੰਜਾਬ 'ਚ ਵੀ, ਹਰਿਆਣੇ 'ਚ ਵੀ, ਰਾਜਸਥਾਨ 'ਚ ਵੀ ਬਹੁਤ ਹੈ। ਕਮਾਲ ਦੀ ਗੱਲ, ਦੁਨੀਆ ਪਹਿਲਾਂ ਧੱਕੇ ਨਾਲ ਰਸਮਾਂ ਦੇ ਨਾਂ ਤੇ ਜਿਉਂਦੀਆਂ ਔਰਤਾਂ ਨੂੰ ਕਤਲ ਕਰਦੀ ਹੈ ਤੇ ਫਿਰ ਉਹਨਾਂ ਦੀ ਮੜੀ ਪੂਜ ਕੇ ਤੇ ਉਹਨਾਂ ਤੋਂ ਆਸ਼ੀਰਵਾਦ ਮੰਗਦੀ ਹੈ। ਕੈਸੀ ਚਲਾਕੀ ਹੈ, ਕੈਸੀ ਚਲਾਕੀ। ਉਹਨੂੰ ਫਿਰ ਦੇਵੀ ਮੰਨਿਆ ਜਾਂਦਾ। ਪਹਿਲਾਂ ਉਹਨੂੰ ਧੱਕੇ ਨਾਲ ਰਸਮ ਦੇ ਨਾਂ ਤੇ ਕਤਲ ਕੀਤਾ, ਫਿਰ ਉਹਨੂੰ ਦੇਵੀ ਮੰਨ ਕੇ ਉਹਦੀ ਪੂਜਾ ਕੀਤੀ, ਪੀੜ੍ਹੀ ਦਰ ਪੀੜ੍ਹੀ ਉਹਦਾ ਮੰਦਰ। ਹੁਣ ਕੀ ਫਾਇਦਾ? ਤੁਸੀਂ ਇੱਕ ਜਾਨ ਤਾਂ ਲੈ ਲਈ, ਫਿਰ ਉਸ ਜਾਨ ਦੀ ਮਗਰੋਂ ਪੂਜਾ ਕਰੋ ਇੱਟਾਂ ਲਾ ਕੇ, ਕੀ ਉਹਦੇ ਚੋਂ ਕੀ ਨਿਕਲਣਾ? ਕਿ ਪ੍ਰਾਪਤੀ ਹੋਣੀ ਹੈ? ਜਦੋਂ ਤੁਸੀਂ ਉਹਦੇ ਜੀਣ ਦੇ ਹੱਕ ਹੀ ਖੋਹ ਲੈ। ਪਤੀ ਦਾ ਮਰ ਜਾਣਾ ਉਹਦੀ ਗਲਤੀ ਥੋੜ੍ਹਾ ਹੈ, ਜਿਹਨੂੰ ਤੁਸੀਂ ਸਜ਼ਾ ਦੇ ਰਹੇ ਹੋ। ਔਰ ਇਸ ਕਰਕੇ ਕਿ ਅਗਲੇ 7 ਜਨਮੇ ਪਤੀ ਹੀ ਇਸ ਨੂੰ ਪ੍ਰਾਪਤ ਹੋਵੇ, ਇਹਨਾਂ ਦੀ ਜੋੜੀ ਸਲਾਮਤ ਰਹੇ। ਤੇ ਫਿਰ ਕੋਈ ਅਣਖਾਂ ਗੈਰਤਾਂ ਦੇ ਮਸਲੇ ਵੀ ਸਨ ਵੀ ਅਸੀਂ ਵਿਧਵਾ ਵਿਆਹ 'ਚ ਯਕੀਨ ਨਹੀਂ ਕਰਦੇ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਇਹ ਸਤੀ ਦੀ ਰਸਮ ਆਪਣੀ ਸਰਕਾਰੀ ਤਾਕਤ ਨਾਲ ਤੁਹਾਡਾ ਫਰਜ਼ ਬਣਦਾ ਹੈ। ਮਨੁੱਖ ਦੀ ਜ਼ਿੰਦਗੀ ਤੇ ਹੱਕ ਹਕੂਕ ਦੀ ਰਾਖੀ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ ਨਾ, ਵੀ ਇਹਨੂੰ ਰੋਕਿਆ ਜਾਏ। ਸਾਡੀਆਂ 2 ਹੀ ਮੰਗਾਂ ਨੇ। ਜੇ ਤੁਸੀਂ ਸੇਵਾ ਕਰਨੀ ਚਾਹੁੰਦੇ, ਅਸੀਂ ਤੁਹਾਨੂੰ ਸੇਵਾ ਦਿੱਤੀ ਵੀ ਇਹ 2 ਕੰਮ ਤੁਸੀਂ ਸਰਕਾਰੀ ਪੱਧਰ ਤੇ ਕਰ ਸਕਦੇ ਹੋ ਤੇ ਕਰੋ। ਪਹਿਲੇ ਮਹਾਂਪੁਰਖ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਭਾਰਤ ਵਰਗੀ ਧਰਤੀ ਤੇ ਜਿਨ੍ਹਾਂ ਨੇ ਸਤੀ ਪ੍ਰਥਾ ਦੇ ਵਿਰੋਧ ਵਿੱਚ ਆਵਾਜ਼ ਉਠਾਈ। ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਨ, ਭੀ ਸੋ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਇਹ ਵਾਕ ਸਤਿਗੁਰੂ ਨੇ ਆਪਣੀ ਬਾਣੀ ਵਿੱਚ ਦਰਜ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਵਾਅਦਾ ਲਿਆ ਜਾਂ ਜਿਹੜਾ ਬਚਨ ਕਿਹਾ ਅਕਬਰ ਦੇ ਕਰਨ ਗੋਚਰਾ, ਉਹ ਵੀ ਮਨੁੱਖਤਾ ਦੇ ਪੱਖ ਵਿੱਚ ਸਤਿਗੁਰੂ ਮਹਾਰਾਜ ਨੇ ਕੋਈ ਆਪਣੇ ਲਈ ਨਿੱਜੀ ਕੁਝ ਨਹੀਂ ਮੰਗਿਆ। ਆਪਣੇ ਰਿਸ਼ਤੇਦਾਰਾਂ ਨੂੰ ਉੱਚੀਆਂ ਪਦਵੀਆਂ ਤੇ ਲਵਾ ਲੈਂਦੇ, ਗੁਰੂ ਘਰ ਲਈ ਦੌਲਤ ਇਕੱਠੀ ਕਰ ਲੈਂਦੇ, ਨਹੀਂ। ਇਹ ਗੋਇੰਦਵਾਲ ਦੀ ਧਰਤੀ ਤੇ ਇਹ ਇਨਕਲਾਬੀ ਕਦਮ ਚੁੱਕੇ ਉਸ ਗੋਇੰਦਵਾਲ ਦੀ ਧਰਤੀ ਦੀ ਵਿਰਾਸਤ ਦੀ ਗੋਦ ਵਿੱਚ ਪੜੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਭੱਟਾਂ ਨੇ ਐਵੇਂ ਥੋੜਾ ਕਹਤਾ ਹੈ ਜਨਮਤ ਗੁਰਮਤ ਬ੍ਰਹਮ ਪਛਾਣੇ। ਬਾਬਾ ਬੁੱਢਾ ਜੀ ਵਰਗੀਆਂ ਮਾਇਆ ਨਾਜ਼ ਹਸਤੀਆਂ ਦੀ ਸੋਬਤ ਸੰਗਤ ਗੋਦ ਪ੍ਰਾਪਤ ਹੋਈ। ਭਾਈ ਗੁਰਦਾਸ ਜੀ ਵਰਗੇ ਤਤਵੇਤਾ ਗੁਰਮੁਖ ਵਿਦਵਾਨ, ਜਿਨ੍ਹਾਂ ਨੂੰ ਬਾਅਦ ਵਿੱਚ ਆਪਾਂ ਇੰਨਾ ਸਨਮਾਨਜਨਕ ਉਹਨਾਂ ਦੀ ਘਾਲਣਾ ਵੇਖਦੇ ਹਾਂ। ਭਾਈ ਗੁਰਦਾਸ ਜੀ, ਭਾਈ ਮਾਣਕ ਚੰਦ ਜੀ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਹਿਪਾਠੀ ਸਨ, ਇਕੱਠੇ ਬੈਠ ਕੇ ਪੜ੍ਹਦੇ। ਇਹ ਦਾਤਾਂ ਗੋਇੰਦਵਾਲ ਦੀ ਧਰਤੀ ਤੇ ਵਰਸ ਰਹੀਆਂ ਸਨ। ਭੱਟਾਂ ਨੇ ਜਿਸ ਦ੍ਰਿਸ਼ਟੀ ਤੋਂ ਗੁਰੂ ਨੂੰ ਵੇਖਿਆ, ਇਹ ਜ਼ਾਹਰਾ ਘਟਨਾ ਵੀ ਗੋਇੰਦਵਾਲ ਦੀ ਧਰਤੀ ਤੇ ਹੀ ਵਾਪਰੀ। ਗੋਇੰਦਵਾਲ ਦੀ ਧਰਤੀ ਤੇ ਆਪਣੇ ਜਨਮ ਤੋਂ ਲੈ ਕੇ 11 ਸਾਲ ਤੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹ ਜਲਵੇ ਤੱਕੇ ਜੋ ਉਹਨਾਂ ਦੀ ਸੁਰਤ ਤੇ ਉਹਨਾਂ ਦੇ ਮਨ ਦੇ ਵਿੱਚ ਪੱਕੇ ਤੌਰ ਉੱਤੇ ਵਸ ਗਿਆ। ਫਿਰ ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰਿਆਈ ਬਖਸ਼ੀ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਰੁਤਬਾ ਬਖਸ਼ਿਸ਼ ਕਰਕੇ ਤੇ ਨਾਲ ਹੀ ਆਗਿਆ ਕੀਤੀ ਤੁਸੀਂ ਨਵੇਂ ਵਸਾਏ ਨਗਰ ਦੀ ਦੇਖਭਾਲ ਕਰੋ। ਗੁਰੂ ਕਾ ਚੱਕ, ਜਿਹਨੂੰ ਆਪਾਂ ਅੰਮ੍ਰਿਤਸਰ ਕਹਿੰਦੇ, ਫਿਰ ਇਹਦਾ ਨਾਂ ਚੱਕ ਰਾਮਦਾਸ ਪਿਆ, ਰਾਮਦਾਸਪੁਰਾ ਪਿਆ, ਫਿਰ ਅੰਮ੍ਰਿਤਸਰ ਬਣਿਆ। ਇਸ ਨਵੇਂ ਨਗਰ ਦੀ ਉਸਾਰੀ ਦਾ ਫੈਸਲਾ ਗੁਰੂ ਅਮਰਦਾਸ ਮਹਾਰਾਜ ਦਾ ਤੇ ਜ਼ਿੰਮੇਵਾਰੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਨਿਭਾਈ। ਔਰ ਜਿਹੜਾ ਸੁੰਦਰ ਦਰਬਾਰ ਬਣਾਇਆ ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਣਾਇਆ। ਗੁਰੂ ਅਰਜਨ ਸਾਹਿਬ ਦੇ ਜੀਵਨ ਨੂੰ ਪੜ੍ਹ ਕੇ ਵੇਖੋ। ਰਾਗ ਵਿਦਿਆ ਦੇ ਧਨੀ, ਕਾਵ ਵਿਦਿਆ ਦੇ ਧਨੀ, ਤੇ ਜਿਹੜੀਆਂ ਇਮਾਰਤਾਂ ਬਣਾਉਣੀਆਂ ਇੰਜੀਨੀਅਰਾਂ ਦਾ ਕੰਮ ਹੁੰਦਾ ਹੈ। ਉਹਨਾਂ ਦੇ ਸਟਰਕਚਰ ਬਣਾਉਣੇ, ਫਿਰ ਉਹਨਾਂ ਦੇ ਮਟੀਰੀਅਲ ਦੀ, ਫਿਰ ਜਿਸ ਤਰ੍ਹਾਂ ਦੀ ਉਹ ਉਸਾਰੀ ਉਹਦੀ ਹੋਣੀ, ਉਹ ਸਾਰੀ ਬਿਲਡਿੰਗ ਦੀ, ਨਵੇਂ ਨਗਰ ਵਸਾਉਣੇ, ਉਹਨਾਂ ਨੂੰ ਡਿਵੈਲਪ ਕਰਨਾ, ਇਹ ਸਾਰੇ ਕੰਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਕੀਤੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਦਸਵੰਧ ਦੀ ਪ੍ਰਥਾ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਆਪਣੇ ਜੀਵਨ 'ਚ ਵੀ ਸਿੱਖਾਂ ਨੂੰ ਗੁਰੂ ਦਰਬਾਰ ਦੀ ਮਾਇਆ ਦੇ ਨਾਲ ਉਹਨਾਂ ਨੇ ਵਣਜ ਤੇ ਵਪਾਰ ਵਾਸਤੇ ਉਤਸ਼ਾਹਿਤ ਕੀਤਾ। ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 52 ਕਿੱਤਿਆਂ ਨਾਲ
ਸੰਬੰਧ ਰੱਖਦੇ ਲੋਕਾਂ ਨੂੰ ਲਿਆ ਕੇ ਵਸਾਇਆ। 52 ਕਿਸਮ ਦੇ ਕਿੱਤੇ ਕਰਨ ਵਾਲੇ ਲੋਕ। ਇਸ ਨਗਰ ਦੇ ਲੋਕਾਂ ਨੂੰ ਕੋਈ ਕੰਮ ਲੈਣ ਵਾਸਤੇ ਦੂਰ ਨਾ ਜਾਣਾ ਪਵੇ, ਦੂਸਰੇ ਲੋਕ ਜਿਹੜੇ ਨੇ ਉਹ ਇੱਥੇ ਆਉਣ, ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇ। ਅਰਬ ਅਮੀਰਾਤ ਤੱਕ ਜਿਹੜੇ ਸਨ ਉਹ ਘੋੜਿਆਂ ਦੇ ਵਪਾਰੀ ਸਿੱਖ ਸੌਦਾਗਰ ਹੋ ਗਏ, ਜਿਨ੍ਹਾਂ ਨੇ ਦੂਰ ਦੂਰ ਤੱਕ ਵਪਾਰ ਕੀਤਾ ਔਰ ਉਹਨਾਂ ਨੂੰ ਗੁਰੂ ਦਰਬਾਰ ਦੇ ਵਿੱਚੋਂ ਸਹਾਇਤਾ ਮਿਲਦੀ ਸੀ ਕਿ ਤੁਸੀਂ ਦੂਰ ਤੱਕ ਵਪਾਰ ਕਰੋ, ਜਿਹੜਾ ਵਪਾਰ ਕਰੇਗਾ ਉਹ ਅੱਗੇ ਨੌਕਰੀ ਦੇਵੇਗਾ, ਰੁਜ਼ਗਾਰ ਦੇਵੇਗਾ, ਇੱਕ ਸਰਕਲ ਬਣੇਗਾ। ਦੂਰ ਦੂਰ ਤੱਕ ਸਤਿਗੁਰੂ ਮਹਾਰਾਜ ਨੇ ਆਪਣੇ ਸਿੱਖ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ। ਐਸਾ ਨਹੀਂ ਵੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਪੰਧ ਵਿੱਚ ਕਠਿਨਾਈਆਂ ਨਹੀਂ ਆਈਆਂ। ਸ਼ਹੀਦੀ ਤਾਂ ਸ਼ਹੀਦੀ ਹੈ ਹੀ, ਉਹਦਾ ਤਾਂ ਆਪਾਂ ਜ਼ਿਕਰ ਕਰਦੇ ਹਾਂ, ਪਰ ਹਰ ਕਦਮ ਦੇ ਉੱਤੇ ਉਹਨਾਂ ਦੇ ਰਸਤੇ 'ਚ ਬੜੀਆਂ ਔਂਕੜਾਂ ਸਨ, ਬੜੀਆਂ ਮੁਸ਼ਕਲਾਂ, ਬੜੀਆਂ ਰੁਕਾਵਟਾਂ, ਸਰਕਾਰੀ ਪ੍ਰੈਸ਼ਰ ਸੀ, ਵਿਰੋਧੀਆਂ ਨੇ ਹਰ ਤਾਕ ਲਾ ਕੇ ਰੱਖੀ ਹੋਈ ਸੀ ਹਰ ਸਮੇਂ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਰਾਹ ਆਸਾਨ ਨਹੀਂ ਹੋਣਾ ਚਾਹੀਦਾ, ਸੌਖਾ ਨਹੀਂ ਹੋਣਾ ਚਾਹੀਦਾ। ਮੈਂ ਕਈ ਵਾਰ ਸੋਚਦਾ, ਬਾਹਰੋਂ ਦੁਨੀਆ ਤੁਹਾਡਾ ਵਿਰੋਧ ਕਰੇ ਨਾ ਤੇ ਕੁਝ ਹੱਦ ਤੱਕ ਬੰਦਾ ਉਹਨੂੰ ਸਹਿ ਲੈਂਦਾ, ਬਰਦਾਸ਼ਤ ਕਰ ਲੈਂਦਾ, ਪਰ ਵਿਰੋਧ ਦੀ ਸੁਰ ਤੁਹਾਡੇ ਆਪਣੇ ਪਰਿਵਾਰ ਚੋਂ ਵੀ ਥੋੜ੍ਹੀ ਜਿਹੀ ਉੱਠ ਪਵੇ ਤੇ ਬੰਦੇ ਦਾ ਮਨ ਬਹੁਤ ਡਾਊਨ, ਉਹ ਆਪਣੇ ਆਪ ਨੂੰ ਕਈ ਵਾਰ ਇਕੱਲਾ ਮਹਿਸੂਸ ਕਰਨ ਲੱਗ ਜਾਂਦਾ। ਹਾਲਾਂਕਿ ਸਾਡੇ ਇਤਿਹਾਸਕਾਰ ਜਿਹੜੇ ਹਨ ਉਹਨਾਂ ਨੇ ਕਿਤੇ ਕਿਤੇ, ਜਿਹਨੂੰ ਆਪਾਂ ਕਹਿੰਦੇ ਬੈਲੈਂਸ ਵਿਗੜਨਾ ਕਿਸੇ ਗੱਲ ਦਾ, ਉਹਨਾਂ ਬਾਬਾ ਪ੍ਰਿਥੀ ਚੰਦ ਦੀ ਵਿਰੋਧਤਾ ਨੂੰ ਇੰਨੀ ਹਵਾ ਵੀ ਦਿੱਤੀ ਹੈ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਵਜ੍ਹਾ ਹੀ ਪ੍ਰਿਥੀ ਚੰਦ ਨੂੰ ਕਰਦਾ। ਇੰਨੀ ਤਾਕਤ ਦਾ ਮਾਲਕ ਵੀ ਨਹੀਂ ਸੀ ਪ੍ਰਿਥੀ ਚੰਦ, ਜਿੰਨਾ ਉਹਨੂੰ ਸਰਕਾਰ ਦੀ ਲੜਾਈ ਨੂੰ, ਸਰਕਾਰਾਂ ਦੇ ਪੱਧਰ ਦੇ ਕੰਮ ਨੂੰ ਵੀ ਸਧਾਰਨ ਬੰਦੇ ਦੇ ਖਾਤੇ ਪਾ ਦੇਣਾ, ਇਹ ਬੇਈਮਾਨੀ ਹੁੰਦੀ। ਹਾਂ, ਜਿੰਨਾ ਉਹਨੇ ਕੀਤਾ ਉਹ ਉਹਨਾਂ ਰੱਖੋ, ਜਿੰਨਾ ਉਹਦਾ ਵਿਰੋਧ ਹੈ ਉਹਨਾਂ ਹੀ ਵਿਰੋਧ ਉਹਦਾ ਸਫਬਦਾ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨਾ ਪ੍ਰਿਥੀ ਚੰਦ ਦੀ ਹੈਸੀਅਤ ਦੇ ਵਿੱਚ ਨਹੀਂ ਸੀ। ਹਾਂ, ਉਹ ਔਂਕੜਾਂ ਜ਼ਰੂਰ, ਪ੍ਰੋਬਲਮਸ ਕ੍ਰੀਏਟ ਟਰਬਲ ਕ੍ਰੀਏਟ ਕਰ ਸਕਦਾ ਸੀ, ਉਹਨੇ ਕੀਤੀ, ਤੇ ਉਹਦੇ ਚੋਂ ਇਕੱਲਾ ਨਹੀਂ ਸੀ, ਬੜੇ ਲੋਕ ਸਨ। ਉਹ ਬੜੇ ਕੁਸ਼ਲ ਪ੍ਰਬੰਧਕ ਸਨ। ਮੈਂ ਬਾਬਾ ਪ੍ਰਿਥੀ ਚੰਦ ਜੀ ਦੇ ਜਿਸ ਵੇਲੇ ਜੀਵਨ ਹਾਲਾਤ ਪੜ੍ਹਦਾ ਜਾਂ ਲਿਖਤਾਂ 'ਚ ਉਹਨਾਂ ਬਾਰੇ ਪੜ੍ਹਦਾ, ਬੜੇ ਕੁਸ਼ਲ ਪ੍ਰਬੰਧਕ, ਮੈਨੇਜਮੈਂਟ ਕਰਨ ਦੇ ਮਾਹਰ, ਹਰ ਚੀਜ਼ ਨੂੰ ਉਹਨਾਂ ਨੇ, ਐਸੀ ਗੱਲ ਨਹੀਂ ਵੀ ਉਹ ਬਿਲਕੁਲ ਹੀ ਗਏ ਗੁਜ਼ਰੇ ਸਨ ਜਾਂ ਉਹਨਾਂ ਨੂੰ ਪਤਾ ਕੱਖ ਨਹੀਂ ਸੀ ਵੀ ਹਰ ਵੇਲੇ ਹੱਥ 'ਚ ਡਾਂਗ ਹੀ ਫੜੀ ਰੱਖ, ਐਸੀ ਗੱਲ ਨਹੀਂ ਸੀ। ਉਹਨਾਂ ਦੇ ਕੋਲ ਹੁਨਰ ਸੀ, ਉਹਨਾਂ ਕੋਲ ਕਲਾ ਸੀ, ਉਹਨਾਂ ਦੇ ਕੋਲ ਸਿਆਣਪ ਸੀ, ਉਹਨਾਂ ਕੋਲ ਵਿਦਿਆ ਸੀ। ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਸਪੁੱਤਰ ਸਨ। ਉਹਨਾਂ ਵੀ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਮਾਣੀ ਸੀ, ਉਹਨਾਂ ਗੁਰੂ ਘਰ ਦੇ ਮੁਖੀਆਂ ਕੋਲੋਂ ਪੜ੍ਹਾਈ ਕੀਤੀ ਸੀ। ਪਰ ਚੇਤੇ 'ਚ ਰੱਖਣਾ ਇੱਕ ਪ੍ਰੋਬਲਮ ਹੈ, ਉਹ ਹਰ ਚੀਜ਼ ਵਿੱਚ ਉਹ ਆਪਣੇ, ਉਹਨਾਂ ਦੀ ਹਉਮੈ ਅੱਗੇ ਆ ਜਾਏ, ਈਗੋ ਹੈ, ਮੈਂ ਕਰਦਾ। ਜਿੰਨੇ ਉਹਨਾਂ ਕੋਲ ਗੁਣ ਸਨ, ਈਗੋ ਵੀ ਉਨੀ ਵੱਡੀ ਸੀ। ਸੰਸਾਰ ਤਾਂ ਇਹੋ ਜਿਹਾ, ਇੱਥੇ ਤੁਹਾਡੇ ਕੋਲ ਗੁਣ ਕੋਈ ਨਾ ਹੋਵੇ ਨਾ, ਬੰਦੇ ਦੀ ਫੂੰ ਫਾਂ ਤਾਂ ਵੀ ਵੱਡੀ ਹੁੰਦੀ। ਉਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਨੇ, ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਾ ਰਸਲ ਖਰ, ਜੇ ਬਿਨ ਗੁਣ ਕਰਮ ਕਰ। ਇਹਦਾ ਭਾਵ ਇਹ ਵੀ ਕਿਸੇ ਵੀ ਕੋਮਲ ਹੁਨਰ ਦੀ ਕੋਈ ਸੋਝੀ ਨਹੀਂ, ਕੋਈ ਗਿਆਨ ਨਹੀਂ। ਮੰਨ ਲਓ ਕੋਈ ਸੰਗੀਤ ਸ਼ਾਸਤਰੀ ਹੋਵੇ ਨਾ, ਬਾਣੀ ਦਾ ਕੀਰਤਨ ਕਰਨਾ, ਆਪਾਂ ਕਹਾਂਗੇ ਲੈ ਇਹ ਭਾਈ ਦਾ ਕੰਮ ਕਿਤੇ ਕਿੱਡਾ ਕੌਤ ਹੈ, ਸੁਰਾਂ ਦੇ ਉੱਤੇ ਉਂਗਲਾਂ ਰੱਖ ਕੇ ਤੇ ਉਹਦੀ ਹਵਾ ਭਰ ਕੇ ਤੇ ਨਾਲ ਆਵਾਜ਼ ਹੀ ਕੱਢਣੀ ਆ। ਸਾਨੂੰ ਲੱਗਦਾ ਇਹ ਤਾਂ ਬੰਦਾ ਐਵੇਂ ਹੀ ਤੁਰਿਆ ਫਿਰਦਾ ਦੁਨੀਆ 'ਚ। ਇਹਨੂੰ ਕਹਿ, ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਜਿਹੜੇ ਹੁਨਰ ਦੀ ਤੁਹਾਨੂੰ ਵਾਕਫੀਅਤ ਨਹੀਂ, ਜਾਣਕਾਰੀ ਨਹੀਂ, ਤੁਸੀਂ ਆਖੋ ਵੀ ਇਹ ਬੰਦਾ ਤਾਂ ਹੈ ਹੀ ਕੱਖ ਨਹੀਂ। ਕਿਸੇ ਵੀ ਕੋਮਲ ਹੁਨਰ ਦਾ, ਸਾਡੀ ਜ਼ਿੰਦਗੀ ਡਿਪਰੈਸ਼ਨ ਪਤਾ ਕਿਉਂ ਬਹੁਤਾ, ਅਸੀਂ ਕਿਸੇ ਵੀ ਕੋਮਲ ਹੁਨਰ ਦੇ ਆਪਣੇ ਮਨ ਅੰਦਰ ਉਸ ਚੀਜ਼ ਨੂੰ ਸਲਾਉਂਦੇ ਨਹੀਂ, ਤੇ ਨਾ ਉਸ ਚੀਜ਼ ਨੂੰ ਅਸੀਂ ਆਪਣੀ ਲਾਈਫ ਦਾ ਹਿੱਸਾ ਬਣਾਇਆ। ਕੋਈ ਸੰਗੀਤ ਦਾ ਪ੍ਰੇਮ ਨਹੀਂ, ਕੋਈ ਕਿਤਾਬ ਦਾ ਪ੍ਰੇਮ ਨਹੀਂ, ਕੋਈ ਵਿਦਿਆ ਦਾ ਗਿਆਨ ਨਹੀਂ, ਕਿਸੇ ਕੋਮਲ ਹੁਨਰ ਦੀ ਸੋਝੀ ਨਹੀਂ। ਬਸ ਡਾਂਗ ਤੇ ਡੇਰਾ ਰੱਖਣਾ ਤੇ ਸਮਝਣਾ ਹੈ ਵੀ ਮੈਂ ਦੁਨੀਆ ਦਾ ਇਕੱਲਾ ਹੁਨਰਮੰਦ ਆਦਮੀ, ਮੈਨੂੰ ਸਭ ਕੁਝ ਪਤਾ ਹੈ। ਇਹ ਈਗੋ ਜਿਹੜੀ ਹੈ, ਬਿਨ ਗੁਣ ਗਰਭ ਕਰੰਤ, ਮਹਾਰਾਜ ਕਹਿੰਦੇ ਬਿਨਾਂ ਵਜ੍ਹਾ ਹੀ, ਬਿਨਾਂ ਕਾਰਨ। ਈਗੋ ਤਾਂ ਐਸੀ ਚੀਜ਼ ਹੈ, ਇਹਨੂੰ ਖਲੋਣ ਲਈ ਕੋਈ ਪੈਰ ਨਹੀਂ ਚਾਹੀਦਾ, ਬਿਨਾਂ ਪੈਰਾਂ ਤੋਂ ਵੀ ਖਲੋ ਜਾਂਦੀ। ਤੇ ਜਿਹਦੇ ਕੋਲ ਹੁਨਰ ਹੋਣ, ਉਹਨੂੰ ਗਰੂਰ ਹੋ ਜਾਏ, ਉਹਨੂੰ ਤੇ ਸਾਂਭਣਾ ਹੀ ਬੜਾ ਕਠਿਨ ਹੈ।
ਹੁਨਰ ਸਨ, ਕਲਾ ਸੀ ਜੀਵਨ 'ਚ, ਸਿਆਣਪ ਸੀ, ਚਤੁਰਾਈ ਸੀ ਜੀਵਨ 'ਚ। ਪਰ ਗੁਰੂ ਸਾਹਿਬਾਨ ਦੀ ਸੋਚ ਜਿੱਥੇ ਜਾ ਕੇ, ਜਿੱਥੇ ਉਹ ਮਨੁੱਖ ਨੂੰ ਪਰਖਦੇ ਨੇ, ਉਹ ਕਹਿੰਦੇ ਹਉਮੈ ਨਹੀਂ ਚਾਹੀਦੀ, ਅਹੰਕਾਰ ਨਹੀਂ ਚਾਹੀਦਾ। ਇੱਥੇ ਤੇ ਖੁਦ ਹੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ। ਇੱਥੇ ਤੇ ਖੁਦ ਹੀ ਨੂੰ ਮਿਟਾਉਣਾ ਹੈ, ਆਪਣੀ ਹਉਮੈ ਦਾ ਤਿਆਗ ਕਰਨਾ ਹੈ। ਉੱਥੇ ਆ ਕੇ ਫਿਰ ਜਦੋਂ ਹਉਮੈ ਆਉਂਦੀ ਹੈ ਤੁਹਾਡੇ ਜੀਵਨ 'ਚ, ਉੱਥੇ ਸਵਾਰਥ ਵੀ ਆਉਂਦਾ ਹੈ ਕਿ ਮੈਂ ਜਦੋਂ ਸਭ ਕੁਝ ਹਾਂ ਤੇ ਫਿਰ ਆਹ ਮੇਰਾ ਕਿਉਂ ਨਹੀਂ, ਆਹ ਮੇਰਾ ਕਿਉਂ ਨਹੀਂ। ਫਿਰ ਤੁਸੀਂ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਤੋਲਣ ਲੱਗ ਪੈਂਦੇ ਹੋ ਵੀ ਮੈਂ ਇਸ ਪਦਵੀ 'ਤੇ ਹੋਵਾਂ ਤੇ ਮੈਂ ਇਹਦੇ ਨਾਲ ਬੈਟਰ ਕਰ ਸਕਦਾ, ਮੇਰੇ ਕੋਲ ਆਹ ਹੋਵੇ, ਆਹ ਹੋਵੇ, ਆਹ ਹੋਵੇ। ਫਿਰ ਤੁਸੀਂ ਮੱਲਾਂ ਮਾਰਨ ਦਾ ਉੱਠਣਾ। ਇੱਥੇ ਆ ਕੇ ਕਾਣ ਪੈ ਗਈ ਜੀਵਨ ਦੇ ਵਿੱਚ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਬੜੀ ਵਾਰ ਅਵੇਅਰ ਕੀਤਾ, ਸੁਚੇਤ ਕੀਤਾ, ਜਦੋਂ ਬੰਦਾ ਹਉਮੈ ਵਿੱਚ ਹੁੰਦਾ ਹੈ ਤੇ ਸਵਾਰਥ ਦੇ ਜੱਫੇ ਮਾਰਦਾ ਹੈ ਤੇ ਫਿਰ ਖਿੱਚਦਾ ਵੀ ਹੈ ਜਦੋਂ ਚੀਜ਼ ਨਾ ਮਿਲੇ। ਮੇਰੇ ਹਜ਼ੂਰ ਨੇ ਕਈ ਵਾਰ ਕਹਿਣਾ, ਕਈ ਵਾਰ ਸਮਝਾਉਣਾ, ਪਿਰਥੀ ਚੰਦ, ਬੰਦਾ ਜਦੋਂ ਹੱਥਾਂ ਨਾਲ ਸਿੱਕੇ ਗਿਣਦਾ ਹੈ ਨਾ ਤਾਂ ਉਹਦੀਆਂ ਉਂਗਲਾਂ ਦੇ ਪੋਟੇ ਕਾਲੇ ਹੋ ਜਾਂਦੇ ਨੇ। ਸਿੱਕਿਆਂ ਦੀ ਕਾਲਖ ਲੈ ਲੈ ਕੇ ਉਂਗਲਾਂ ਦੇ ਪੋਟੇ ਕਈ ਵਾਰ ਕਾਲੇ ਹੋ ਜਾਂਦੇ, ਤੁਸੀਂ ਵੇਖਣਾ। ਤੇ ਜਿਹੜਾ ਹੰਕਾਰ ਹੈ ਨਾ, ਮਨ ਨੂੰ ਉਵੇਂ ਹੀ ਕਾਲਿਆਂ ਕਰ ਦਿੰਦਾ ਹੈ, ਭਾਵੇਂ ਉਹ ਦੌਲਤ ਦਾ ਹੋਵੇ, ਕਲਾ ਦਾ ਹੋਵੇ, ਹੁਨਰ ਦਾ ਹੋਵੇ, ਸਿਆਣਪ ਦਾ ਹੋਵੇ, ਤਾਕਤ ਦਾ ਹੋਵੇ, ਪਦਵੀ ਦਾ ਹੋਵੇ, ਕਿਸੇ ਵੀ ਕਿਸਮ ਦਾ, ਉਹ ਮਨ ਨੂੰ ਐਵੇਂ ਕਾਲਿਆਂ ਕਰਦਾ ਜਿਵੇਂ ਸਿੱਕੇ ਗਿਣਨ ਵਾਲੇ ਦੇ ਪੋਟੇ ਕਾਲੇ ਹੋ ਜਾਂਦੇ। ਇਹ ਚੀਜ਼ ਤੋਂ ਬਚਣਾ ਬਹੁਤ ਜ਼ਰੂਰੀ ਹੈ। ਹੱਥਾਂ ਦੀ ਕਾਲਖ ਤਾਂ ਬੰਦਾ ਪਾਣੀ ਨਾਲ ਧੋ ਲੈਂਦਾ, ਮਨ ਦੀ ਕਾਲਖ ਗੁਰੂ ਸ਼ਬਦ ਦੀ ਕਮਾਈ ਤੋਂ ਬਿਨਾਂ ਨਹੀਂ ਧੁੱਪਦੀ, ਉਹ ਬੜੀ ਜ਼ਰੂਰੀ ਹੈ। ਪਰ ਸੁਰਤ ਹੈ, ਸੁਰਤ ਨੂੰ ਕਿਸੇ ਦੀ ਨੂੰ ਵੀ ਰੋਗ ਲੱਗ ਸਕਦਾ। ਅਸੀਂ ਸਾਰੇ ਇਹਨਾਂ ਰੋਗਾਂ ਤੋਂ ਪੀੜਤ ਹਾਂ, ਪਰ ਉਹ ਸੰਭਲ ਨਹੀਂ ਪਾਏ। ਬਾਣੀ ਦਾ ਵਾਕ ਜਦੋਂ ਪੜ੍ਹੀਦਾ ਨਾ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਤੇਰੇ ਝਗੜੇ ਦੀ ਵਜ੍ਹਾ ਕੀ ਹੈ? ਤੇਰੀ ਖਿੱਚ ਦੀ ਵਜ੍ਹਾ ਕੀ ਹੈ? ਤੇਰੇ ਅੰਦਰ ਦੇ ਨਫ਼ਰਤੀ ਭਾਵ ਦੀ ਵਜ੍ਹਾ ਕੀ ਹੈ? ਕਾਰਨ ਕਾਹਦੇ ਆਸਰੇ ਦੇ ਉੱਤੇ ਸਾਰਾ ਕੁਝ ਬੰਦਾ ਕਰਦਾ ਹੈ? ਆਪੇ ਦੀ ਪਰਖ ਨਹੀਂ ਕਰ ਸਕੇ, ਬਹੁਤ ਫਿਸਲਦੇ ਗਏ, ਦੂਰੀ ਵੱਧਦੀ ਗਈ, ਵਿੱਥ ਬਣ ਗਈ, ਆਉਂਦਿਆਂ ਸਮਾਂ ਲੱਗਿਆ। ਬੰਦਾ ਜਿੰਨਾ ਦੂਰ ਨਿਕਲ ਜਾਂਦਾ ਉਹਨੂੰ ਵਾਪਸ ਮੁੜਦਿਆਂ ਉਦੋਂ ਕਿਤੇ ਵਧੇਕ ਸਮਾਂ ਲੱਗਦਾ ਹੈ, ਕਿਤੇ ਜ਼ਿਆਦਾ ਵਕਤ ਲੱਗ ਜਾਂਦਾ। ਇੱਕ ਘੜੀ ਦੀ ਛਿਨ ਦੀ ਭੁੱਲ ਜਿਹੜੀ ਹੈ ਬੰਦੇ ਨੂੰ ਦਹਾਕਿਆਂ ਤੇ ਸੁੱਟ ਦਿੰਦੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ 'ਚ ਉਹ ਨਿਮਰਤਾ, ਉਹ ਹਲੇਮੀ, ਉਹ ਸਹਿਨਸ਼ੀਲਤਾ, ਉਹ ਪ੍ਰੇਮ, ਉਹ ਮੁਹੱਬਤ, ਉਹ ਸਮਰਪਣ ਭਾਵ, ਉਹ ਕੁਰਬਾਨੀ ਦਾ ਜਜ਼ਬਾ। ਇਹ ਕਾਰਨ ਹੈ ਵੀ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਉੱਤਰਾਧਿਕਾਰੀ ਦੀ ਚੋਣ ਵਜੋਂ ਆਪਣੇ ਸਭ ਤੋਂ ਛੋਟੇ ਸਪੁੱਤਰ ਨੂੰ ਚੁਣਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਖਤ ਬੈਠਾ, ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਵਣੋ ਤੇ ਆਥਮਣੋ ਚੌਂ ਚੱਕੀ ਕੀਨ ਲੋਆ। ਜਿੱਥੋਂ ਸੂਰਜ ਚੜ੍ਹਦਾ ਉਗਵਣੋ ਤੇ ਆਥਵਣੋ ਜਿੱਥੇ ਸੂਰਜ ਅਸਤ ਹੁੰਦਾ ਹੈ, ਭਾਵ ਚੜ੍ਹਦੇ ਤੋਂ ਲਹਿੰਦੇ ਤੱਕ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਮ ਦੀ ਦੋਹੀ ਫਿਰ ਗਈ। ਭੱਟ ਸਾਹਿਬਾਨਾਂ ਨੇ ਲਿਖਿਆ, ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ, ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜੁਨ ਭਿਖੋ ਨੇ। ਚਾਰ ਗੁਰੂਆਂ ਦੀ ਵਿਰਾਸਤ ਤੇ ਆਪਣੀ ਕਮਾਈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਮੂਰਤ ਪੰਚ ਪ੍ਰਮਾਣ ਪੁਰਖ। ਇਹਦਾ ਭਾਵ ਹੈ ਪਹਿਲੇ ਚਾਰ ਗੁਰੂਆਂ ਦੀ ਵਿਰਾਸਤ ਤੇ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਸੰਘਰਸ਼ ਤੇ ਕਮਾਈ ਰਲ ਕੇ ਇੱਕ ਥਾਂ ਇਕੱਠੇ ਹੋ ਗਏ। ਪ੍ਰਮਾਣ ਪੁਰਖ, ਮੂਰਤ ਪੰਚ ਪ੍ਰਮਾਣ ਪੁਰਖ, ਗੁਰੂ ਅਰਜਨ ਭਿਖੋ ਨੇ। ਜੇ ਤੁਸੀਂ ਪਹਿਲੇ ਗੁਰੂਆਂ ਦੀ ਭਗਤਾਂ ਦੀ ਸਾਰੀ ਵਿਰਾਸਤ ਤੱਕਣੀ ਹੋਵੇ, ਗੁਰੂ ਅਰਜਨ ਸਾਹਿਬ 'ਚੋਂ ਵੇਖ ਸਕਦੇ ਹੋ। ਜੇ ਉਹਨਾਂ ਦੇ ਜੀਵਨ ਦੀ ਕਮਾਈ ਤੇ ਸੰਘਰਸ਼ ਵੀ ਨਾਲ ਵੇਖਣਾ ਹੋਵੇ ਤੇ ਗੁਰੂ ਅਰਜਨ ਸਾਹਿਬ ਦਾ ਜੀਵਨ ਦੇਖੋ। ਇਹਨੂੰ ਕਹਿੰਦੇ ਨੇ ਮੂਰਤ ਪੰਚ ਪ੍ਰਮਾਣ ਪੁਰਖ, ਗੁਰੂ ਅਰਜਨ ਭਿਖੋ ਨੈਣ। ਇਸ ਲਈ ਉਹਨਾਂ ਕਿਹਾ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁੱਖ ਕੋਟਿਕ ਦੂਰ ਗਏ।
ਕਰੋੜਾਂ ਦੁੱਖ ਉਹਨਾਂ ਦੇ ਆਤਮਿਕ ਕਲੇਸ਼ ਬਿਨਸ ਗਏ। ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਤਾ ਗੁਰੂ ਸ਼ਬਦ ਰਾਹੀਂ, ਇਹ ਪੱਦਤ ਤੇ ਮਤ ਚੂਕੈ ਰੇ ਮਨ। ਭੱਟ ਜੀ ਕਹਿੰਦੇ ਨੇ ਮੇਰੇ ਮਨ ਇਸ ਰਸਤੇ ਤੋਂ ਖੁੰਝੀ ਨਾ। ਕੈਸੀ ਵੇਖੋ ਦਇਆ, ਸੰਗਤ ਰਾਤ ਬਰਾਤੇ ਜਿਸ ਵੇਲੇ ਆਉਂਦੀ ਤੇ ਮਹਾਰਾਜ ਆਪ ਉਹਨਾਂ ਲਈ ਲੰਗਰ ਦੇ ਵਿੱਚ ਸੇਵਾ ਕਰਦੇ। ਐਸਾ ਸਾਖੀਕਾਰਾਂ ਇਤਿਹਾਸਕਾਰਾਂ ਲਿਖਿਆ ਮਹਾਰਾਜ ਆਪ ਲੰਗਰ ਵਿੱਚ ਸੇਵਾ ਕਰਦੇ। ਕਈਆਂ ਨੇ ਤਾਂ ਪਹਿਲੋਂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਦੀਦਾਰ ਹੀ ਨਹੀਂ ਸਨ ਕੀਤੇ, ਬੜੇ ਸਾਦੇ ਲਿਬਾਸ ਵਿੱਚ ਉਹ ਸੇਵਾ ਕਰਦੇ ਤੇ ਫਿਰ ਕਿਸੇ ਨੇ ਦੱਸਣਾ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਅਗਲੇ ਨੇ ਆਸ਼ਾ ਕਰ ਉੱਠਣਾ। ਇੰਨੀ ਨਿਮਰਤਾ, ਇੰਨੀ ਮੁਹੱਬਤ, ਇੰਨਾ ਸਮਰਪਣ ਭਾਵ, ਇੰਨਾ ਆਪਾ ਤਿਆਗ ਦੀ ਬਿਰਤੀ, ਇੰਨੀ ਕੁਰਬਾਨੀ ਦੀ ਭਾਵਨਾ, ਆਪਣੇ ਆਪ ਨੂੰ ਸਾਰੀ ਜ਼ਿੰਦਗੀ ਜਤਾਇਆ ਹੀ ਨਹੀਂ। ਅਸੀਂ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਵੈਸੇ ਤੇ ਅਸੀਂ ਸੇਵਾ ਕੋਈ ਨਹੀਂ ਕਰਦੇ, ਸੱਚੀ ਗੱਲ ਤਾਂ ਇਹ ਹੈ, ਪਰ ਜੇ ਕਿਤੇ ਕਰੀਏ ਤੇ ਮਹਾਰਾਜ ਉਹਦਾ ਗਰੂਰ ਨਾ ਹੋਵੇ। ਤੁਸੀਂ ਸੁਖਮਨੀ ਨੂੰ ਲਿਖਿਆ ਹੈ, ਇਹ ਤੁਹਾਡੀ ਆਤਮਾ ਦੀ ਆਵਾਜ਼ ਹੈ, ਪਰ ਤੁਹਾਡੇ ਅੰਦਰ ਗਰੂਰ ਕੋਈ ਨਹੀਂ। ਤੇ ਮੈਂ ਬਾਣੀ ਦਾ 2 ਪਾਠ ਕਰ ਲਵਾਂ ਤੇ ਮੈਨੂੰ ਹੰਕਾਰ ਕਾਹਤੋਂ ਚੰਬੜ ਜਾਂਦਾ ਹੈ। ਮੇਰੇ ਮਨ ਨੂੰ ਤੁਹਾਡੀ ਬਾਣੀ ਪੜ੍ਹਨ ਦੀ ਈਗੋ ਕਿਉਂ ਲੱਗ ਜਾਂਦੀ ਹੈ, ਬਾਣੀ ਸੁਣਨ ਦੀ ਈਗੋ ਕਿਉਂ ਲੱਗ ਜਾਂਦੀ ਹੈ। ਮਹਾਰਾਜ ਮਿਹਰ ਕਰੋ, ਮੈਂ ਤੁਹਾਡੀ ਬਾਣੀ ਨੂੰ, ਜਿਵੇਂ ਹੁੰਦਾ ਨਾ ਝੜੀ ਦਾ ਮੀਂਹ ਪੈਂਦਾ, ਝੜੀ ਲੱਗ ਜਾਂਦੀ, ਥੋੜਾ ਥੋੜਾ ਬੂੰਦ ਅਸਮਾਨ ਤੋਂ ਟਪਕਦੀ ਰਹਿੰਦੀ ਹੈ ਥੋੜੀ ਥੋੜੀ ਕਰਕੇ। ਇੱਕ ਹੁੰਦਾ ਰੋੜਵਾਂ ਮੀਂਹ, ਇੱਕੇਦਮ ਸ਼ਰਾਟੇਦਾਰ ਮੀਂਹ ਪਿਆ ਤੇ ਪਾਣੀ ਰਿੜ ਕੇ ਜਿਹੜਾ ਸੀ ਉਹ ਨਿਵਾਣਾ 'ਚ ਪੈ ਗਿਆ, ਜ਼ਮੀਨ ਸੁੱਕੀ ਹੋ ਜਾਂਦੀ। ਉਸੇ ਵੇਲੇ ਧੁੱਪ ਲੱਗ ਜਾਏ ਤੇ 1 ਘੰਟੇ ਦੇ ਵਿੱਚ ਹੀ ਜ਼ਮੀਨ ਸੁੱਕ ਜਾਂਦੀ। ਜਦੋਂ ਝੜੀ ਲੱਗਦੀ ਹੈ ਨਾ, ਥੋੜਾ ਥੋੜਾ ਆਕਾਸ਼ ਤੋਂ ਪਾਣੀ ਡਿੱਗਦਾ, ਮਿੱਟੀ ਦੇ ਵਿੱਚ ਜ਼ੀਰਦਾ ਜ਼ੀਰਦਾ ਜ਼ੀਰਦਾ, ਉਹ ਫਿਰ ਕਈ ਦਿਨ ਨਹੀਂ ਪਾਣੀ ਸੁੱਕਦਾ, ਸਲਾਬ ਪੈ ਜਾਂਦੀ ਹੈ ਮਿੱਟੀ ਦੇ ਵਿੱਚ। ਬਾਣੀ ਨੂੰ ਹੇ ਸਤਿਗੁਰੂ ਮੈਂ ਇਵੇਂ ਪੜ੍ਹ ਸਕਾਂ, ਗਾ ਸਕਾਂ, ਵਿਚਾਰ ਸਕਾਂ, ਸੁਣ ਸਕਾਂ ਵੀ ਜਿਵੇਂ ਝੜੀ ਲੱਗੀ ਹੋਵੇ ਤੇ ਇੱਕ ਇੱਕ ਬੂੰਦ ਜਿਹੜੀ ਹੈ ਉਹ ਮੇਰੇ ਹਿਰਦੇ ਦੀ ਭੂਮੀ ਨੂੰ ਜ਼ਰਖੇਜ਼ ਕਰਦਾ, ਸਲਾਬ ਜਾਏ, ਉਹਦਾ ਅਸਰ ਮੇਰੀ ਸੁਰਤ ਵਿੱਚ ਇਵੇਂ ਟਿਕਿਆ ਰਹੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਲਈ ਇਸੇ ਕਰਕੇ ਕਿਹਾ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਮਾਇਆ ਦੇ ਗਰਭ ਵਿੱਚ ਨਹੀਂ ਪੜਦੇ। ਤੇ ਭੱਟ ਜੀ ਨੇ ਫਰਮਾਇਆ, ਕਹਿਣ ਲੱਗੇ ਪੱਦਤ ਤੇ ਮਤ ਚੂਕੈ ਰੇ ਮਨ, ਭੇਦ ਵਿਭੇਦ ਨਾ ਜਾਣ, ਕੋਈ ਫਰਕ ਨਾ ਸਮਝੀ। ਗੁਰੂ ਅਰਜਨ ਸਾਹਿਬ ਸੱਚ ਰੂਪ ਹਨ, ਪਰ ਤਛ ਹਿਰਦੈ ਗੁਰ ਅਰਜੁਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਈ। ਉਸ ਪੂਰਨ ਸਾਖਿਆਤ ਬ੍ਰਹਮ ਨੇ ਗੁਰੂ ਅਰਜਨ ਸਾਹਿਬ ਦੇ ਹਿਰਦੇ ਵਿੱਚ ਨਿਵਾਸ, ਭਾਵ ਗੁਰੂ ਅਰਜਨ ਸਾਹਿਬ ਪਰਮੇਸ਼ਰ ਨਾਲ ਸੁਰਤੀ ਕਰਕੇ ਇੱਕ ਸੁਰ ਹਨ। ਸਾਹਿਬ ਕਿਰਪਾ ਕਰਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਹਨ। ਮਹਾਰਾਜ ਕਿਰਪਾ ਕਰਨ, ਅਸੀਂ ਸਾਰੇ ਸਤਿਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਪ੍ਰੇਮ ਸਹਿਤ ਪੜ੍ਹਦਿਆਂ, ਗਾਉਂਦਿਆਂ, ਸੁਣਦਿਆਂ, ਕਥਦਿਆਂ ਆਪਣੇ ਹਿਰਦੇ ਵਿੱਚ ਵਸਾ ਸਕੀਏ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।